ਸਭ ਤੋਂ ਪਹਿਲਾਂ ਆਪ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਸੀਏ ਰੁਪਿੰਦਰ ਸਿੰਘ ਔਰ ਮੈਂ ਟੀਵੀ ਸਕੂਲ ਨੂੰ ਪਹਿਲਾਂ ਤਾਂ ਬਹੁਤ ਵਧਾਈ ਦੇਣੀ ਚਾਹੁੰਦਾ ਹਾਂ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਬਹੁਤ ਸੋਹਣਾ ਕਦਮ ਉਠਾਇਆ ਹੈ, ਜਿਸ ਵਿੱਚ ਬੱਚਿਆਂ ਨੂੰ ਘਰ ਬੈਠੇ ਹੀ ਬਹੁਤ ਥੋੜੀ ਫੀਸ ਦੇ ਉੱਪਰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ 9ਵੀਂ ਤੋਂ ਲੈ ਕੇ 12ਵੀਂ ਤੱਕ। ਬੱਚਿਓ, ਮੈਂ ਤੁਹਾਡੇ ਸਾਹਮਣੇ +2 10+2 ਅਕਾਊਂਟੈਂਸੀ ਦੇ ਕ੍ਰੈਸ਼ ਕੋਰਸ ਨੂੰ ਲੈ ਕੇ ਆਇਆ ਹਾਂ, ਜਿਸ ਵਿੱਚ ਇਹ ਕੋਰਸ ਜੋ ਹੋਏਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਔਰ ਐਜ਼ ਵੈਲ ਐਜ਼ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਦੋਹਾਂ ਦੇ ਬੱਚਿਆਂ ਦੇ ਲਈ ਬਹੁਤ ਮਹੱਤਵਪੂਰਨ ਹੋਏਗਾ। ਇਸ ਵਿੱਚ ਬੱਚਿਓ ਆਪਾਂ ਤੁਹਾਡੇ ਨਾਲ ਕੀ ਡਿਸਕਸ਼ਨ ਕਰਾਂਗੇ। ਇਹ ਕ੍ਰੈਸ਼ ਕੋਰਸ ਨੂੰ ਅਸੀਂ ਡਿਵਾਈਡ ਕੀਤਾ ਹੈ 6 ਪਾਰਟਸ ਦੇ ਅੰਦਰ। ਇਹਦੇ ਵਿੱਚ ਮੈਂ ਤੁਹਾਡੇ ਨਾਲ ਕੀ ਡਿਸਕਸ਼ਨ ਕਰਾਂਗਾ। ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਸਿਲੇਬਸ ਦੀ ਡਿਸਕਸ਼ਨ ਕੀਤੀ ਜਾਏਗੀ ਕਿ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਔਰ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਇਹਨਾਂ ਦੋਨਾਂ ਨੇ ਜੋ ਸਿਲੇਬਸ ਪ੍ਰਸਕ੍ਰਾਈਬਡ ਕੀਤੇ ਹਨ 10+2 ਅਕਾਊਂਟੈਂਸੀ ਦੇ ਰੈਲੀਵੈਂਟ, ਉਹ ਸਿਲੇਬਸ ਦੀ ਡਿਸਕਸ਼ਨ ਮੇਰੀ ਪਹਿਲੇ ਤੁਹਾਡੇ ਨਾਲ ਫਸਟ ਲੈਕਚਰ ਦੇ ਅੰਦਰ ਤੁਹਾਡੇ ਨਾਲ ਸਿਲੇਬਸ ਦੀ ਡਿਸਕਸ਼ਨ ਕੀਤੀ ਜਾਏਗੀ। ਦੈਨ ਉਸ ਤੋਂ ਬਾਅਦ ਆਪਾਂ ਡਿਸਕਸ਼ਨ ਕਰਾਂਗੇ, ਜਦੋਂ ਵੀ ਆਪਾਂ ਕੋਈ ਵੀ ਚੈਪਟਰ ਸ਼ੁਰੂ ਕਰਾਂਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਥੋੜੀ ਜਿਹੀ ਕਨਸੈਪਟ ਦੀ ਡਿਸਕਸ਼ਨ ਕਰਾਂਗਾ, ਜਿਸ ਵਿੱਚ ਤੁਹਾਨੂੰ ਥੋੜੀ ਕਨਸੈਪਚੁਅਲ ਨੌਲੇਜ ਦਿੱਤੀ ਜਾਏਗੀ। ਫੋਰ ਐਗਜ਼ਾਮਪਲ ਆਪਾਂ ਪਾਰਟਨਰਸ਼ਿਪ ਅਕਾਊਂਟਿੰਗ ਜਦੋਂ ਕਰਾਂਗੇ, ਫੋਰ ਐਗਜ਼ਾਮਪਲ ਅਸੀਂ ਜਦੋਂ ਕੰਪਨੀ ਅਕਾਊਂਟਿੰਗ ਦੇ ਅੰਦਰ ਜਾਵਾਂਗੇ, ਫੋਰ ਐਗਜ਼ਾਮਪਲ ਅਸੀਂ ਕੈਸ਼ ਫਲੋ ਸਟੇਟਮੈਂਟ ਜਾਂ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ ਦੇ ਅੰਦਰ ਜਦੋਂ ਅਸੀਂ ਜਾਵਾਂਗੇ, ਸਭ ਤੋਂ ਪਹਿਲਾਂ ਤੁਹਾਡੇ ਨਾਲ ਉਸ ਚੈਪਟਰ ਦੇ ਅੰਦਰ ਜੋ ਵੀ ਟੌਪਿਕਸ ਹੋਣਗੇ ਉਸ ਟੌਪਿਕਸ ਦੀ ਤੁਹਾਡੇ ਨਾਲ ਡਿਸਕਸ਼ਨ ਕੀਤੀ ਜਾਏਗੀ। ਦੈਨ ਉਸ ਤੋਂ ਬਾਅਦ ਅਸੀਂ ਕਨਸੈਪਟ ਦੇ ਨਾਲ ਪ੍ਰੀਵੀਅਸ ਐਗਜ਼ਾਮ ਕੁਐਸਚਨਸ ਨੂੰ ਵੀ ਬੇਸਡ ਰੱਖਾਂਗੇ। ਪ੍ਰੀਵੀਅਸ ਐਗਜ਼ਾਮ ਕੁਐਸਚਨਸ ਸਾਰੇ ਤਾਂ ਨਹੀਂ ਹੋਣਗੇ ਇਸ ਥੋੜੇ ਟਾਈਮ ਦੇ ਅੰਦਰ, ਇਸ ਕ੍ਰੈਸ਼ ਕੋਰਸ ਦੇ ਅੰਦਰ ਜਿੰਨੇ ਕੋ ਪ੍ਰੀਵੀਅਸ ਐਗਜ਼ਾਮ ਸਿਲੈਕਟਡ ਕੁਐਸਚਨਸ ਮੈਨੂੰ ਇਸ ਕਨਸੈਪਟਸ ਦੇ ਨਾਲ ਰਿਲੇਟਡ ਮਿਲਣਗੇ, ਉਹ ਸਾਰੇ ਕੁਐਸਚਨਸ ਤੁਹਾਨੂੰ ਇੱਥੇ ਮੇਰੇ ਨਾਲ ਡਿਸਕਸ਼ਨ ਮੈਂ ਤੁਹਾਡੇ ਨਾਲ ਕਰਾਂਗਾ। ਔਰ ਇਸ ਪ੍ਰੀਵੀਅਸ ਐਗਜ਼ਾਮ ਕੁਐਸਚਨਸ ਦੀ ਔਰ ਕਨਸੈਪਟ ਦੀ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਜੋ ਇਹਦੇ ਨੋਟਸ ਪ੍ਰੋਵਾਈਡਡ ਕੀਤੇ ਜਾਣਗੇ ਉਹ ਟੀਵੀ ਸਕੂਲ ਦੀ ਇਸ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੇ ਜਾਣਗੇ ਔਰ ਤੁਸੀਂ ਇਸ PDF ਫਾਈਲ ਨੂੰ ਡਾਊਨਲੋਡ ਕਰਕੇ ਉਹਦੀ ਹਾਰਡ ਕਾਪੀ ਨਿਕਾਲ ਕੇ ਤੁਸੀਂ ਜਦੋਂ ਮੇਰਾ ਲੈਕਚਰ ਸੁਣਨ ਆਓਗੇ ਤਾਂ ਪਲੀਜ਼ ਇਹਦੀ ਹਾਰਡ ਕਾਪੀ ਨਿਕਾਲ ਕੇ ਤੁਸੀਂ ਉਹ ਆਪਣੇ ਸਾਹਮਣੇ ਰੱਖਣਾ, ਜਿਹਦੇ ਨਾਲ ਤੁਹਾਨੂੰ ਈਜ਼ੀਲੀ ਅੰਡਰਸਟੈਂਡਿੰਗ ਹੋਏਗੀ ਹਰ ਇੱਕ ਕਨਸੈਪਟ ਦੀ। ਕਨਸੈਪਟ ਐਜ਼ ਵੈਲ ਐਜ਼ ਪ੍ਰੀਵੀਅਸ ਐਗਜ਼ਾਮ ਕੁਐਸਚਨਸ ਦੋਨੋਂ ਮੈਂ ਅਪਲੋਡ ਕਰਵਾਵਾਂਗਾ www.tvschool.in ਦੀ ਵੈਬਸਾਈਟ ਦੇ ਉੱਪਰ। ਤੁਸੀਂ ਉੱਥੋਂ ਡਾਊਨਲੋਡ ਕਰਕੇ ਜਾਂ ਤਾਂ ਉਹਦੀ ਸੌਫਟ ਕਾਪੀ ਆਪਣੇ ਮੋਬਾਈਲ ਦੇ ਅੰਦਰ ਜਾਂ ਲੈਪਟਾਪ ਦੇ ਅੰਦਰ ਜਾਂ ਆਪਣੇ ਡੈਸਕਟਾਪ ਦੇ ਅੰਦਰ ਰੱਖ ਲੈਣਾ, ਨਹੀਂ ਤਾਂ ਉਹਦੀ ਹਾਰਡ ਕਾਪੀ ਨਿਕਾਲ ਕੇ ਆਪਣੇ ਸਾਹਮਣੇ ਰੱਖ ਲੈਣਾ। ਉਹਦੇ ਨਾਲ ਤੁਹਾਨੂੰ ਕੁਐਸਚਨਸ ਜਿਹੜੇ ਹੋਣਗੇ ਈਜ਼ੀਲੀ ਡਿਸਕਸ਼ਨ ਹੋ ਜਾਏਗੀ ਔਰ ਮੈਨੂੰ ਕੁਐਸਚਨਸ ਕਰਵਾਉਣੇ ਵੀ ਬੈਲੈਂਸ ਸ਼ੀਟ ਵਾਲੇ ਜਿਹੜੇ ਕੁਐਸਚਨਸ ਹੁੰਦੇ ਨੇ, ਕੈਸ਼ ਫਲੋ ਸਟੇਟਮੈਂਟ ਵਾਲੇ ਜਿਹੜੇ ਕੁਐਸਚਨਸ ਹੁੰਦੇ ਨੇ, ਉਹ ਮੈਨੂੰ ਕਰਵਾਉਣੇ ਥੋੜੇ ਜਿਹੇ ਈਜ਼ੀ ਹੋ ਜਾਣਗੇ ਤੁਹਾਡੇ ਨਾਲ। ਦੈਨ ਉਸ ਤੋਂ ਬਾਅਦ ਬੇਟੇ ਜਦੋਂ ਇਹ ਦੋਨੋਂ ਡਿਸਕਸ਼ਨਸ ਸਾਡੀਆਂ ਓਵਰ ਹੋਣਗੀਆਂ, ਦੈਨ ਉਸ ਤੋਂ ਬਾਅਦ ਆਪਾਂ ਡਿਸਕਸ਼ਨ ਕਰਾਂਗੇ ਸੈਂਪਲ ਪੇਪਰਸ ਦੀ। ਸੈਂਪਲ ਪੇਪਰਸ ਮਤਲਬ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਔਰ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਆਪਣਾ ਐਗਜ਼ਾਮ ਜੋ ਕੁਐਸਚਨ ਪੇਪਰ ਤਿਆਰ ਕਰਦਾ ਹੈ, ਆਪਾਂ ਉਸ ਤਰੀਕੇ ਦੇ ਨਾਲ ਇਹਨੂੰ ਆਪਾਂ ਡਿਸਕਸ਼ਨ ਕਰਾਂਗੇ ਕਿ ਸਾਡੇ ਕੋਲ 3 ਘੰਟੇ ਦੇ ਅੰਦਰ ਆਪਾਂ ਉਹਨੂੰ ਕਿੱਦਾਂ ਮੈਨੇਜ ਕਰਨਾ ਹੈ, ਕਿ 3 ਘੰਟੇ ਦੇ ਅੰਦਰ ਸਾਡਾ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਐਜ਼ ਵੈਲ ਐਜ਼ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਬੋਰਡ ਦੇ ਆਪਾਂ 2-3 ਸੈਂਪਲ ਪੇਪਰਸ ਨੂੰ ਸੋਲਵ ਕਰਾਂਗੇ। ਜਿੰਨੇ ਮੈਕਸਿਮਮ ਹੋ ਸਕਦੇ ਹੋਏ ਉਹਨੇ ਮੈਂ ਤੁਹਾਡੇ ਨਾਲ ਸੋਲਵ ਕਰਾਂਗਾ ਔਰ ਇਹਦੇ ਨਾਲ ਤੁਹਾਨੂੰ 3 ਘੰਟੇ ਦੀ ਆਪਾਂ ਉੱਥੇ ਕਿੱਦਾਂ ਆਪਣੀ ਆਊਟਪੁੱਟ ਦੇਣੀ ਹੈ, ਉਹ 3 ਘੰਟੇ ਦੀ ਤੁਹਾਡੀ ਡਿਸਕਸ਼ਨ ਇੱਥੇ ਹੋਏਗੀ। ਦੈਨ ਉਸ ਤੋਂ ਬਾਅਦ ਬੇਟੇ ਅਗਰ ਤੁਹਾਡੀ ਕੋਈ ਕੁਐਰੀਜ਼ ਹੋਣਗੀਆਂ ਤਾਂ ਕੁਐਰੀਜ਼ ਦੇਖੋ ਇਜ਼ ਐਨ ਅਸੈਂਸ਼ੀਅਲ ਪਾਰਟ ਆਫ ਐਜੂਕੇਸ਼ਨ। ਜਦ ਤੱਕ ਤੁਹਾਡੀ ਕੁਐਰੀਜ਼ ਰਿਜ਼ੋਲਵ ਨਹੀਂ ਹੋਣਗੀਆਂ ਪਰਸਨਲੀ ਮੈਨੂੰ ਸੈਟੀਸਫੈਕਸ਼ਨ ਨਹੀਂ ਹੋਏਗੀ। ਤੁਹਾਡੀ ਕੁਐਰੀਜ਼ ਜ਼ਰੂਰ ਆਉਣੀਆਂ ਚਾਹੀਦੀਆਂ ਨੇ। ਅਗਰ ਤੁਸੀਂ ਮੇਰੇ ਲੈਕਚਰਸ ਸੁਣ ਰਹੇ ਹੋ, ਵੈਸੇ ਤਾਂ ਮੇਰੀ ਪੂਰੀ ਕੋਸ਼ਿਸ਼ ਹੈ ਕਿ ਇਸ ਕ੍ਰੈਸ਼ ਕੋਰਸ ਦੇ ਅੰਦਰ ਮੈਂ ਕਨਸੈਪਟ ਨੂੰ ਡਿਸਕਸ਼ਨ ਨਾਲ ਲੈ ਕੇ ਚੱਲ ਰਿਹਾ ਹਾਂ, ਪਰ ਫਿਰ ਵੀ ਜੇ ਕੋਈ ਬੱਚੇ ਦੀ ਕੁਐਰੀ ਆ ਰਹੀ ਹੈ, ਕੋਈ ਵੀ ਦਿਮਾਗ ਦੇ ਵਿੱਚ ਕੁਐਰੀਜ਼ ਆ ਰਹੀ ਹੈ, ਤੁਸੀਂ ਮੈਨੂੰ ਆਪਣਾ ਬ੍ਰਦਰ ਮੰਨ ਕੇ ਤੁਸੀਂ ਇਹ ਕੁਐਰੀਜ਼ ਨੂੰ ਇਸ ਵੈਬਸਾਈਟ ਦੇ ਉੱਪਰ ਜਾਂ ਤੁਸੀਂ ਆਪਣਾ ਮੈਸੇਜ ਡਾਲੋਗੇ ਜਾਂ ਤੁਸੀਂ ਈਮੇਲ ਕਰੋਗੇ ਜਾਂ ਤੁਸੀਂ WhatsApp ਦੇ ਉੱਪਰ ਆਪਣਾ ਮੈਸੇਜ ਛੋੜ ਦੋਗੇ। ਐਜ਼ अर्ਲੀ ਐਜ਼ ਪੋਸੀਬਲ ਇਹ ਕੁਐਰੀਜ਼ ਮੇਰੇ ਕੋਲ ਪਹੁੰਚ ਜਾਣਗੀਆਂ ਔਰ ਇਹ ਕੁਐਰੀਜ਼ ਨੂੰ ਮੈਂ ਆਨਸਰ ਕਿੱਦਾਂ ਦੇਵਾਂਗਾ ਤੁਹਾਨੂੰ, ਜੋ ਵੀ ਤੁਹਾਡੇ ਐਗਜ਼ਾਮ ਦੀ ਪ੍ਰੈਪਰੇਟਰੀ ਹੌਲੀਡੇਜ਼ ਹੋਣਗੀਆਂ। ਫੋਰ ਐਗਜ਼ਾਮਪਲ ਅਗਰ ਸਾਡਾ 7 ਤਰੀਕ ਨੂੰ ਬਿਜ਼ਨਸ ਸਟੱਡੀਜ਼ ਦਾ ਪੇਪਰ ਹੈ, ਦੈਨ ਉਸ ਤੋਂ ਬਾਅਦ ਆਪਣਾ 10 ਤਰੀਕ ਨੂੰ ਅਕਾਊਂਟੈਂਸੀ ਦਾ ਐਗਜ਼ਾਮ ਹੈ ਫੋਰ ਐਗਜ਼ਾਮਪਲ, ਔਰ ਇਨ ਬਿਟਵੀਨ 8 ਔਰ 9 8 ਮਾਰਚ ਔਰ 9 ਮਾਰਚ ਸਾਡੇ ਕੋਲ 2 ਦਿਨ ਹੋਣਗੇ। ਉਹ 2 ਦਿਨ ਦੇ ਅੰਦਰ ਆਪਾਂ ਕੁਐਰੀਜ਼ ਦਾ ਤੁਹਾਡੇ ਸਾਹਮਣੇ ਟੈਲੀਕਾਸਟ ਕਰਵਾਵਾਂਗੇ ਕਿ ਉਹਦੇ ਵਿੱਚ ਤੁਸੀਂ ਮੈਨੂੰ ਕੁਐਰੀਜ਼ ਨੂੰ ਪਹਿਲਾਂ ਇਸ ਮੋਡ ਦੇ ਥਰੂ ਕਨਵੇ ਕਰ ਦਿਓ। ਜਦੋਂ ਤੁਸੀਂ ਤੁਹਾਡੀਆਂ ਕੁਐਰੀਜ਼ ਇੱਥੇ ਆ ਜਾਣਗੀਆਂ ਦੈਨ ਉਸ ਤੋਂ ਬਾਅਦ
मैं 1-2 ਮਾਰਚ ਨੂੰ ਜਾਂ ਜਿੱਦਾਂ ਵੀ ਫੈਬਰਰੀ ਦੇ ਆਸ-ਪਾਸ ਲਾਸਟ ਵੀਕ ਆਫ ਫੈਬਰਰੀ ਦੇ ਅੰਦਰ ਜਾਂ ਫਸਟ ਵੀਕ ਆਫ ਮਾਰਚ ਦੇ ਅੰਦਰ ਉਹ ਟੈਲੀਕਾਸਟ ਮੈਂ ਰਿਕਾਰਡਡ ਕਰਵਾ ਦਾਂਗਾ ਔਰ ਉਹ ਤੁਹਾਨੂੰ ਡਿਊਰਿੰਗ ਦਾ ਐਗਜ਼ਾਮ ਪ੍ਰੈਪਰੇਟਰੀ ਹੌਲੀਡੇਜ਼ ਤੁਹਾਡੀ ਕੁਐਰੀਜ਼ ਦੀ ਰਿਜ਼ੋਲਵ ਕੀਤੀ ਜਾਏਗੀ ਔਰ ਅਗਰ ਹੋ ਸਕਦਾ ਹੋਇਆ ਤਾਂ ਮੈਂ ਤੁਹਾਨੂੰ ਸਿਲੈਕਟਡ ਟੌਪਿਕਸ ਦੀ ਕੁਇਕ ਰਿਵੀਜ਼ਨ ਵੀ ਇੱਥੇ ਡਿਸਕਸ਼ਨ ਕਰ ਦਾਂਗਾ। ਮਤਲਬ ਵੀ ਕੈਨ ਸੇ ਦੈਟ ਕਿ ਕੁਐਰੀਜ਼ ਦੀ ਡਿਸਕਸ਼ਨ ਵੀ ਹੋਏਗੀ ਐਜ਼ ਵੈਲ ਐਜ਼ ਜਿੰਨੀ ਮੈਕਸਿਮਮ ਪੋਸੀਬਲ ਹੋ ਸਕਦਾ ਹੋਇਆ ਕਿ ਕੁਇਕ ਰਿਵੀਜ਼ਨ ਕਿ ਆਪਾਂ ਲਾਸਟ ਮੂਵਮੈਂਟ ਦੇ ਉੱਪਰ ਜਿਹੜੇ ਟੌਪਿਕਸ ਨੂੰ ਆਪਾਂ ਸਿਲੈਕਟਡ ਟੌਪਿਕਸ ਨੂੰ ਜਾਂ ਇੱਕ ਵਾਰੀ ਸਾਰਾ ਤੁਹਾਡੇ ਸਾਹਮਣੇ ਰਿਵੀਜ਼ਨ ਜੋ ਹੋਏਗੀ ਉਹ ਜਿੰਨੀ ਦੇਰ ਦੀ ਵੀ ਕਲਾਸ ਹੋਏਗੀ ਉਹ ਡਿਪੈਂਡ ਕਰਦਾ ਹੈ ਕਿ ਜੋ ਵੀ ਸ਼ਡਿਊਲ ਬਣੇਗਾ ਉਸ ਹਿਸਾਬ ਦੇ ਨਾਲ ਤੁਹਾਨੂੰ ਦੱਸ ਦਿੱਤਾ ਜਾਏਗਾ। ਬੇਟੇ ਇਹ ਕ੍ਰੈਸ਼ ਕੋਰਸ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਜਿਹੜਾ +2 ਅਕਾਊਂਟੈਂਸੀ ਦੇ ਲਈ ਰੈਲੀਵੈਂਟ ਹੋਏਗਾ ਔਰ ਜੋ ਵੀ ਤੁਹਾਡੀ ਡਿਸਕਸ਼ਨਸ ਹੋਣਗੀਆਂ ਉਹ ਤੁਹਾਨੂੰ ਇੱਥੇ ਪੂਰੀਆਂ ਪ੍ਰੋਵਾਈਡਡ ਕੀਤੀਆਂ ਜਾਣਗੀਆਂ ਔਰ ਜੋ ਵੀ ਤੁਹਾਡੀਆਂ ਕੁਐਰੀਜ਼ ਹੋਣਗੀਆਂ ਉਹ ਵੀ ਤੁਹਾਨੂੰ ਉੱਥੇ ਰਿਜ਼ੋਲਵ ਕੀਤੀਆਂ ਜਾਣਗੀਆਂ। ਹਾਂਜੀ ਬੱਚਿਓ, ਅਸੀਂ ਹੁਣ ਡਿਸਕਸ਼ਨ ਕਰਦੇ ਹਾਂ ਜੋ ਤੁਹਾਡੇ ਨਾਲ ਪ੍ਰੀਵੀਅਸ ਡਿਸਕਸ਼ਨ ਹੋਈ ਸੀਗੀ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸਿਲੇਬਸ ਔਰ ਜੋ ਕੁਐਸਚਨ ਪੇਪਰ ਦਾ ਸਟਰਕਚਰ ਹੋਏਗਾ ਉਹ ਤੁਹਾਡੇ ਨਾਲ ਡਿਸਕਸ਼ਨ ਹੋਏਗੀ। ਸਭ ਤੋਂ ਪਹਿਲਾਂ ਮੈਂ ਬੇਸ ਰੱਖ ਰਿਹਾ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜੋ +2 ਅਕਾਊਂਟੈਂਸੀ ਦਾ ਜੋ ਸਿਲੇਬਸ ਉਹਨਾਂ ਨੇ ਪ੍ਰਸਕ੍ਰਾਈਬ ਕੀਤਾ ਹੋਇਆ ਹੈ ਤੇ ਕੁਐਸਚਨ ਪੇਪਰ ਦਾ ਸਟਰਕਚਰ ਕਿਵੇਂ ਹੋਏਗਾ, ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਕੁਐਸਚਨਸ ਆਣਗੇ ਔਰ ਕਿਹੜੇ ਚੈਪਟਰ ਦੀ ਆਪਾਂ ਨੂੰ ਕਿੰਨੀ ਕੁ ਵਰਥ ਰੱਖਣੀ ਹੈ, ਵੈਰੀ ਸ਼ਾਰਟ ਕੁਐਸਚਨਸ ਐਜ਼ ਵੈਲ ਐਜ਼ ਲੌਂਗ ਕੁਐਸਚਨਸ। ਠੀਕ ਹੈ ਜੀ, ਉਹ ਤੁਹਾਡੇ ਨਾਲ ਮੈਂ ਡਿਸਕਸ਼ਨ ਕਰ ਰਿਹਾ। ਦੇਖੋ ਸਾਰਾ ਸਿਲੇਬਸ ਜੋ ਡਿਵਾਈਡਡ ਕੀਤਾ ਗਿਆ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਉਹ 2 ਸੈਕਸ਼ਨਸ ਦੇ ਅੰਦਰ ਡਿਵਾਈਡਡ ਹੈ। ਪਹਿਲਾ ਸੈਕਸ਼ਨ ਹੋਏਗਾ ਸੈਕਸ਼ਨ A ਔਰ ਇਹ ਵਾਲਾ ਸੈਕਸ਼ਨ ਸਾਡੇ ਲਈ ਹੋਏਗਾ ਕੰਪਲਸਰੀ। ਇਹ ਸੈਕਸ਼ਨ ਸਾਨੂੰ 101% ਅਟੈਂਪਟ ਕਰਨਾ ਹੈ ਵਿਦ ਇੰਟਰਨਲ ਚੋਇਸ ਆਫ 1 ਲੌਂਗ ਕੁਐਸਚਨ। 1 ਲੌਂਗ ਕੁਐਸਚਨ ਦੇ ਅੰਦਰ ਇੱਕ ਇੰਟਰਨਲ ਚੋਇਸ ਹੋਏਗੀ, ਠੀਕ ਹੈ ਜੀ, ਔਰ ਇੱਕ ਹੋਏਗੀ 4 ਨੰਬਰ ਦੇ ਕੁਐਸਚਨਸ ਦੇ ਅੰਦਰ ਸਾਨੂੰ ਇੱਕ ਕੁਐਸਚਨ ਦੀ ਚੋਇਸ ਮਿਲੇਗੀ। ਉਹ ਤੁਹਾਡੇ ਨਾਲ ਮੈਂ ਹੌਲੀ ਕਰਕੇ ਡਿਸਕਸ਼ਨ ਕਰਾਂਗਾ। ਜੋ ਸੈਕਸ਼ਨ A ਹੋਏਗਾ ਇਹ ਕੰਪਲਸਰੀ ਸੈਕਸ਼ਨ ਹੈ ਔਰ ਇਸ ਸੈਕਸ਼ਨ A ਦੇ ਅੰਦਰ ਜਿਹੜਾ ਉਹਨਾਂ ਨੇ ਕੁਐਸਚਨ ਪੇਪਰ ਦੇ ਅਕੋਰਡਿੰਗਲੀ ਪ੍ਰਸਕ੍ਰਾਈਬ ਕੀਤਾ ਹੈ ਪਾਰਟ 1। ਦੈਨ ਉਸ ਤੋਂ ਬਾਅਦ ਜੋ ਸਾਡਾ ਸੈਕਸ਼ਨ B ਹੋਏਗਾ ਐਕਚੁਅਲੀ ਇਹਦੇ ਅੰਦਰ ਪੰਜਾਬ ਬੋਰਡ ਨੇ 2 ਪਾਰਟਸ ਰੱਖੇ ਨੇ। ਇੱਕ ਹੋਏਗਾ ਪਾਰਟ 2, ਇੱਕ ਹੋਏਗਾ ਪਾਰਟ 3। ਜੋ ਪਾਰਟ 2 ਹੈ ਇਹ ਪਾਰਟ ਜੋ ਹੋਏਗਾ ਐਨਾਲਿਸਿਸ ਆਫ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਨਾਲ ਡੀਲ ਕਰਦਾ ਹੈ ਜੋ ਸਾਡੀ ਅਕਾਊਂਟਿੰਗ ਦਾ ਪਾਰਟ ਹੈ। ਔਰ ਜਿਹੜਾ ਪਾਰਟ 3 ਹੈ ਬੇਟੇ ਇਹ ਪਾਰਟ ਜੋ ਹੋਏਗਾ ਇਹ ਕੰਪਿਊਟਰਾਈਜ਼ਡ ਅਕਾਊਂਟਿੰਗ ਦੇ ਨਾਲ ਰਿਲੇਟਡ ਹੈ। ਇਹ ਕੰਪਿਊਟਰਾਈਜ਼ਡ ਅਕਾਊਂਟਿੰਗ ਦੇ ਨਾਲ ਰਿਲੇਟਡ ਹੈ ਔਰ ਇਹ ਵਾਲਾ ਜਿਹੜਾ ਸੈਕਸ਼ਨ ਹੋਏਗਾ ਇਹ ਜਿਹੜਾ ਸੈਕਸ਼ਨ ਹੈ ਸੈਕਸ਼ਨ B ਹੋਏਗਾ ਕਿ ਆਪਾਂ ਨੂੰ ਦੋਨੋਂ ਪਾਰਟਸ ਦੇ ਅੰਦਰ ਇੱਕ ਪਾਰਟ ਕੋਈ ਅਟੈਂਪਟ ਕਰਨਾ ਹੁੰਦਾ। ਮਤਲਬ ਪਾਰਟ 2 ਜੋ ਸਾਡੇ ਪ੍ਰੈਕਟੀਕਲ ਅਕਾਊਂਟਸ ਦੇ ਨਾਲ ਰਿਲੇਟਡ ਹੋਏਗਾ ਜੋ 95% ਸਕੂਲਸ ਦੇ ਅੰਦਰ ਪਾਰਟ ਸੈਕਿੰਡ ਹੀ ਕਰਵਾਇਆ ਜਾਂਦਾ ਹੈ। ਪਰ ਜਿਹੜਾ ਪਾਰਟ 3 ਹੈ ਇਹ ਕੰਪਿਊਟਰਾਈਜ਼ਡ ਅਕਾਊਂਟਿੰਗ ਹੈ। ਆਪਾਂ ਨੂੰ ਇਹ ਦੋਨੋਂ ਪਾਰਟਸ ਦੇ ਵਿੱਚੋਂ ਇੱਕ ਪਾਰਟ ਅਟੈਂਪਟ ਕਰਨਾ ਹੁੰਦਾ ਹੈ। ਸਾਨੂੰ ਐਗਜ਼ਾਮ ਦੇ ਅੰਦਰ 2 ਪਾਰਟਸ ਆਣਗੇ ਸੈਕਸ਼ਨ B ਦੇ, ਆਪਾਂ ਜਾਂ ਤਾਂ ਪਾਰਟ 2 ਅਟੈਂਪਟ ਕਰਾਂਗੇ ਜਾਂ ਆਪਾਂ ਪਾਰਟ 3 ਅਟੈਂਪਟ ਕਰਾਂਗੇ। ਇਹ ਸਾਡੀ ਚੋਇਸ ਹੋਏਗੀ ਸੈਕਸ਼ਨ B ਦੇ ਅੰਦਰ। ਸੈਕਸ਼ਨ A ਦੇ ਅੰਦਰ ਕੋਈ ਚੋਇਸ ਨਹੀਂ ਹੈ। ਸੈਕਸ਼ਨ A ਦੇ ਅੰਦਰ ਜਿੱਦਾਂ ਐਗਜ਼ਾਮ ਦਾ ਕੁਐਸਚਨ ਪੇਪਰ ਆਏਗਾ ਸਾਨੂੰ ਉਦਾਂ ਹੀ ਸੋਲਵ ਕਰਨਾ ਹੈ। ਪਰ ਸੈਕਸ਼ਨ B ਜਿਹੜਾ ਹੋਏਗਾ ਉਹ 2 ਪਾਰਟਸ ਦੇ ਅੰਦਰ ਡਿਵਾਈਡਡ ਹੋਏਗਾ, ਪਾਰਟ ਸੈਕਿੰਡ ਔਰ ਪਾਰਟ ਥਰਡ। ਪਾਰਟ ਸੈਕਿੰਡ ਮੇਰੀ ਤੁਹਾਡੇ ਨਾਲ ਡਿਸਕਸ਼ਨ ਹੋਏਗੀ, ਪਾਰਟ ਥਰਡ ਜੋ ਹੈ ਉਹ ਮੇਰੇ ਸਬਜੈਕਟ ਦਾ ਪਾਰਟ ਨਹੀਂ ਹੈ। ਕੰਪਿਊਟਰਾਈਜ਼ਡ ਅਕਾਊਂਟਿੰਗ ਸਾਡੀ ਇੱਥੇ ਡਿਸਕਸ਼ਨ ਨਹੀਂ ਹੋਏਗੀ। ਆਪਣੀ ਡਿਸਕਸ਼ਨ ਜੋ ਹੋਏਗੀ ਜੋ ਅਪਰੋਕਸੀਮੇਸ਼ਨ 95% ਸਕੂਲਸ ਦੇ ਅੰਦਰ ਡਿਸਕਸ਼ਨ ਹੁੰਦੀ ਹੈ ਕਿ ਪਾਰਟ ਸੈਕਿੰਡ ਦੀ, ਔਰ ਮੈਂ ਵੀ ਤੁਹਾਡੇ ਨਾਲ ਸੈਕਸ਼ਨ B ਦੇ ਪਾਰਟ ਸੈਕਿੰਡ ਦੀ ਹੀ ਡਿਸਕਸ਼ਨ ਕਰਾਂਗਾ। ਇਹਦਾ ਮਤਲਬ ਹੋ ਗਿਆ ਕਿ ਆਪਾਂ ਕੰਪਿਊਟਰਾਈਜ਼ਡ ਅਕਾਊਂਟਿੰਗ ਇਸ ਕੋਰਸ ਦੇ ਅੰਦਰ ਕਵਰਡ ਨਹੀਂ ਕਰਾਂਗੇ। ਆਪਾਂ ਕਵਰਡ ਕਰਾਂਗੇ ਪਾਰਟ 2 ਜਿਹਦੇ ਅੰਦਰ ਆਪਾਂ ਫਾਈਨੈਂਸ਼ੀਅਲ ਸਟੇਟਮੈਂਟਸ, ਸ਼ੇਅਰ ਕੈਪੀਟਲ, ਡਿਬੈਂਚਰਸ ਔਰ ਕੈਸ਼ ਫਲੋ ਸਟੇਟਮੈਂਟਸ ਇਹ ਸਭ ਚੀਜ਼ ਦੀ ਤੁਹਾਡੇ ਨਾਲ ਡਿਸਕਸ਼ਨ ਕੀਤੀ ਜਾਏਗੀ। ਅੱਛਾ, ਹੁਣ ਆਪਾਂ ਗੱਲ ਕਰੀਏ ਕਿ ਜੋ ਸੈਕਸ਼ਨ A ਹੈ ਉਹਦੇ ਅੰਦਰ ਕਿਹੜੇ ਟੌਪਿਕਸ ਕਵਰਡ ਹੋ ਰਹੇ ਨੇ, ਕਿਹੜੇ ਚੈਪਟਰਸ ਕਵਰਡ ਹੋ ਰਹੇ ਨੇ ਔਰ ਕਿਹੜੇ ਚੈਪਟਰ ਦੀ ਕਿੰਨੀ ਵਰਥ ਹੈ। ਫਿਰ ਅਸੀਂ ਡਿਸਕਸ਼ਨ ਕਰਦੇ ਹਾਂ ਸੈਕਸ਼ਨ B ਦੀ। ਇਹਦੇ ਅੰਦਰ ਕਿਹੜੇ ਚੈਪਟਰਸ ਕਵਰਡ ਹੋ ਰਹੇ ਹੈ, ਕਿਹੜੇ ਟੌਪਿਕਸ ਕਿੰਨੀ ਵਰਥ ਰੱਖ ਰਹੇ ਹੈ, ਕਿੰਨੇ ਮਾਰਕਸ ਦੀ ਵੇਟੇਜ ਰੱਖ ਰਹੇ ਹੈ, ਫਿਰ ਉਹ ਆਪਾਂ ਡਿਸਕਸ਼ਨ ਕਰਾਂਗੇ। ਅੱਛਾ, ਪਹਿਲਾਂ ਤਾਂ ਸੈਕਸ਼ਨ A ਦੇ ਉੱਪਰ ਆਈਏ ਬੇਟੇ। ਸਭ ਤੋਂ ਪਹਿਲਾ ਚੈਪਟਰ ਜੋ ਹੋਏਗਾ ਉਹ ਸਾਡਾ ਹੋਏਗਾ ਅਕਾਊਂਟਿੰਗ ਫॉर ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ। ਇਹਨੂੰ ਕੁਝ ਜਗ੍ਹਾ ਤੇ ਅਕਾਊਂਟਿੰਗ ਫॉर ਨਾਨ ਪ੍ਰੋਫਿਟ ਕੰਸਰਨਸ ਵੀ ਬੋਲਦੇ ਹੈ, ਅਕਾਊਂਟਿੰਗ ਫॉर ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਵੀ ਬੋਲਦੇ ਹੈ। ਇਹ ਤੁਹਾਡੇ ਨਾਲ ਮੇਰੀ ਡਿਸਕਸ਼ਨ ਹੋਏਗੀ। ਇਹ ਉਹ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਕਿ ਜਿਨ੍ਹਾਂ ਦਾ ਮੇਨ ਆਬਜੈਕਟਿਵ ਪ੍ਰੋਫਿਟ ਅਰਨਿੰਗ ਨਹੀਂ ਹੈ। ਇਹਨਾਂ ਦਾ ਮੇਨ ਆਬਜੈਕਟਿਵ ਹੁੰਦਾ ਹੈ ਸੋਸ਼ਲ ਵੈਲਫੇਅਰ। ਫॉर एग्जांपल कोई क्लब, फॉर एग्जांपल कोई चैरिटेबल हॉस्पिटल्स, फॉर एग्जांपल कोई चैरिटी परपस ਦੇ ਲਈ ਅਗਰ ਕੋਈ ਕੰਮ ਹੋ ਰਿਹਾ ਹੈ, ਕੋਈ ਕਮੇਟੀ ਬਣ ਰਹੀ ਹੋਈ ਹੈ ਤਾਂ ਉਹ ਨਾਨ ਪ੍ਰੋਫਿਟ ਕੰਸਰਨਸ ਦੇ ਨਾਲ।
नॉन प्रॉफिट कंसर्नस दे विच जिहड़ा 1 मार्क क्वेश्चन है, देखो देयर आर 4 टाइप्स ऑफ द क्वेश्चंस। एक क्वेश्चन होएगा वेरी शॉर्ट क्वेश्चन, फिर एक शॉर्ट क्वेश्चन होएगा जो 2 मार्क्स का होएगा, फिर एक होर शॉर्ट क्वेश्चन की टाइप है जो 4 मार्क्स की है, और फिर एक लॉन्ग क्वेश्चन सानू एग्जाम दे विच आएगा 6 मार्क्स का जो सैक्शन ए च आएगा। अच्छा, जिहड़ा 1 मार्क क्वेश्चन है जो अकाउंटिंग फॉर नॉन प्रॉफिट कंसर्न है, ਇਹਦੇ ਚੋਂ 1 ਮਾर्क ਦਾ 1 क्वेश्चन एग्जाम ਦੇ ਵਿੱਚ ਆਏਗਾ। मतलब कि ਸਾਡੀ ਐਕਸਪੈਕਟੇਸ਼ਨ ਇਹ ਹੈ ਕਿ ਜੋ ਕੁਐਸਚਨ ਪੇਪਰ ਦਾ ਪਹਿਲਾ ਕੁਐਸਚਨ ਹੈ ਉਹ ਅਕਾਊਂਟਿੰਗ ਫॉर ਨॉन ਪ੍ਰੋਫਿਟ ਕੰਸਰਨਸ ਦੇ ਵਿੱਚੋਂ ਆ ਸਕਦਾ ਹੈ, ਕਿ ਉਹਦੇ ਵਿੱਚੋਂ ਇਹ ਪੁੱਛ ਸਕਦੇ ਨੇ ਸਾਡੇ ਨਾਲ ਕਿ ਸਬਸਕ੍ਰਿਪਸ਼ਨ ਕੀ ਹੁੰਦਾ ਹੈ, ਐਂਟਰੈਂਸ ਫੀ ਕੀ ਹੁੰਦਾ ਹੈ, ਲੀਗੇਸੀ ਕੀ ਹੁੰਦਾ ਹੈ, ਡੋਨੇਸ਼ਨਸ ਕੀ ਹੁੰਦੀਆਂ ਨੇ। क्लियर हो रही है? ਇਹ ਸਭ ਡਿਸਕਸ਼ਨਸ ਉਹ ਤੁਹਾਡੇ ਨਾਲ 1 ਮਾर्क क्वेश्चन ਦੇ ਅੰਦਰ ਪੁੱਛ ਸਕਦੇ ਆ। व्हाट डू यू मीन बाय रिसीट एंड पेमेंट अकाउंट, व्हाट डू यू मीन बाय इनकम एंड एक्सपेंडिचर अकाउंट, मतलब एटसेट्रा ਅਸੀਂ ਇਹ ਸਭ ਕੁਝ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। फिर 2 मार्क क्वेश्चन एक आएगा, मतलब फर्स्ट चैप्टर के अंदरों ही एक 2 मार्क क्वेश्चन है और एक 4 मार्क्स का क्वेश्चन आएगा, ठीक है जी। और 6 मार्क्स का क्वेश्चन विद इंटरनल चॉइस है, वो ਤੁਹਾਡੇ ਨਾਲ मैं लास्ट के ऊपर डिस्कशन करदा। पहला मैं 1 मार्क 2 मार्क्स और 4 मार्क्स के क्वेश्चंस की डिस्कशन कर रहे हैं। अच्छा, दैन उस तो बाद बेटे जो सैकेंड चैप्टर होएगा अपन सैकेंड यूनिट बोल सकते हैं पार्टनरशिप अकाउंटिंग। पार्टनरशिप अकाउंटिंग के अंदर जो पार्टनरशिप के बेसिक्स और फंडामेंटल्स ने वो इत्थे डिस्कशन होएगी तुहाडे नाल। और इहदे विचों एक 2 मार्क्स का क्वेश्चन श्योर शॉर्ट आएगा, एक 4 मार्क्स का क्वेश्चन आएगा। पार्टनरशिप अकाउंटिंग ਜਿਹਦੇ ਅੰਦਰ ਫੰਡਾਮੈਂਟਲਸ ਤੁਸੀਂ ਥੋੜਾ ਜਿਹਾ ਪੜਿਆ ਵੀ ਹੋਏਗਾ, ਫਿਕਸਡ ਕੈਪੀਟਲ, ਫਲਕਚੁਏਟਿੰਗ ਕੈਪੀਟਲ, ਪ੍ਰੋਫਿਟ ਐਂਡ ਲਾਸ ਐਪਰੋਪਰੀਏਸ਼ਨ ਅਕਾਊਂਟਸ ਜਿਹਦੇ ਅੰਦਰ ਬਣਦੇ ਨੇ, ਐਜ਼ ਵੈਲ ਐਜ਼ ਅਗਰ ਆਪਾਂ CBSE ਨੂੰ ਧਿਆਨ 'ਚ ਰੱਖੀਏ ਤਾਂ CBSE ਦੇ ਅੰਦਰ ਜੋ ਵਨ ਆਫ ਦਾ ਮੋਸਟ ਇੰਪੋਰਟੈਂਟ ਡਿਸਕਸ਼ਨ ਆਉਂਦੀ ਹੈ ਇਹਦੇ ਅੰਦਰ 2 ਮਾਰਕਸ ਦੇ ਅੰਦਰ ਜਾਂ 4 ਮਾਰਕਸ ਦੇ ਅੰਦਰ ਐਡਜਸਟਿੰਗ ਐਂਟਰੀ, ठीक है। और एडजस्टिंग एंट्रीज या P&L एप्रोप्रिएशन अकाउंट्स, फिक्स्ड और फ्लक्चुएटिंग कैपिटल, व्हाट आर द रूल्स एप्लीकेबल इन द एबसेंस ऑफ पार्टनरशिप डीड, ये सब डिस्कशनस ਤੁਹਾਡੇ ਨਾਲ ਹੋਣਗੀਆਂ ਪਾਰਟਨਰਸ਼ਿਪ ਅਕਾਊਂਟਿੰਗ ਦੇ ਅੰਦਰ, ਜਿਹਦੇ ਵਿੱਚ ਅਸੀਂ ਪਾਰਟਨਰਸ਼ਿਪ ਦੇ ਬੇਸਿਕਸ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਦੈਨ ਉਸ ਤੋਂ ਬਾਅਦ ਥਰਡ ਚੈਪਟਰ ਜੋ ਬੇਟੇ ਆ ਰਿਹਾ ਹੈ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ। ਰੀਕਨਸਟੀਟਿਊਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਚੀਜ਼ ਆਲਰੇਡੀ ਕਨਸਟੀਟਿਊਟ ਹੋਈ ਹੈ ਤੇ ਅਸੀਂ ਉਹਨੂੰ ਦੁਬਾਰਾ ਕਨਸਟੀਟਿਊਟ ਕਰ ਰਹੇ ਹਾਂ। मतलब ये हो गया कि जो फस्ट टाइम कोई किसी को सेल करता है तो वो वर्ड आप यूज़ करते हैं सेल, पर जो सेल की हुई चीज़ दोबारा सेल हो जाती है फिर वो वर्ड खाली सेल नहीं होंगे, उन्होंने आप की बोलते हैं रीसेल, ठीक है जी। इदा ही एक बार कॉन्स्टिट्यूशन हो चुका है पार्टनरशिप का, और पार्टनरशिप का कॉन्स्टिट्यूशन असी इतने पढ़ चुके हैं। पार्टनरशिप अकाउंटिंग के अंदर पार्टनरशिप बननी किद्दां है असी ये चीज़ इतने सीखांगे जिन्होंने आप कॉन्स्टिट्यूशन बोलते हैं। फिर उन पार्टनरशिप के अंदर जोड़े चेंजिस आ रहे हैं ਉਹਨੂੰ ਆਪਾਂ मतलब कि नवी पार्टनरशिप एक बन गई। फॉर एग्जाम्पल पहले 2 पार्टनर सीगे, ਹੁਣ ਮਿਸਟਰ C ਵਿੱਚ ਐਂਟਰ ਹੋ ਗਿਆ, A ਔਰ B देयर आर 2 पार्टनर्स, C ਐਂਟਰਡ ਹੋ ਰਿਹਾ। ਇਹਦਾ मतलब ਪੁਰਾਣੀ ਪਾਰਟਨਰਸ਼ਿਪ ਨੂੰ ਹੀ ਆਪਾਂ ਦੁਬਾਰਾ ਰੀਕਨਸਟੀਟਿਊਟ ਕਰਾਂਗੇ। ਇਸ ਲਈ ਵਰਡ ਕੀ ਯੂਜ਼ ਹੋ ਰਿਹਾ ਹੈ, ਰੀ ਦਾ मतलब ਕੀ ਹੁੰਦਾ ਹੈ ਦੁਬਾਰਾ, ਦੁਬਾਰਾ मतलब ਕਿ ਰੀਕਨਸਟੀਟਿਊਸ਼ਨ, ਕਨਸਟੀਟਿਊਸ਼ਨ ਹੋਈ ਚੀਜ਼ ਨੂੰ ਦੁਬਾਰਾ ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਜਾ ਰਹੀਆਂ ਨੇ। ਔਰ ਉਹ ਚੇਂਜਸ ਕਿੱਦਾਂ ਹੋ ਸਕਦੀਆਂ ਨੇ ਕਿ ਜਾਂ ਤਾਂ ਅਸੀਂ ਕਿਸੇ ਪਾਰਟਨਰ ਦੀ ਐਡਮਿਸ਼ਨ ਕਰਾਂਗੇ ਜਾਂ ਅਸੀਂ ਕਿਸੇ ਪਾਰਟਨਰ ਦੀ ਹੋ ਸਕਦਾ ਰਿਟਾਇਰਮੈਂਟ ਹੋ ਜਾਏ, ਅਗਰ ਕੋਈ ਅਨਸਰਟਨਿਟੀ ਆ ਜਾਏ ਤਾਂ ਪਾਰਟਨਰ ਦੀ ਡੈਥ ਵੀ ਹੋ ਸਕਦੀ ਹੈ। ਉਹਦੇ ਨਾਲ ਜੇ ਉਹ ਪਾਰਟਨਰ ਐਡਮਿਟ ਹੋਏਗਾ ਜਾਂ ਪਾਰਟਨਰ ਪਾਰਟਨਰਸ਼ਿਪ ਤੋਂ ਬਾਹਰ ਜਾਏਗਾ ਜਾਂ ਪਾਰਟਨਰ ਦੀ ਡੈਥ ਹੋ ਜਾਂਦੀ ਹੈ ਜਿਹਨੂੰ ਆਪਾਂ ਡਿਸੀਜ਼ਡ ਪਾਰਟਨਰ ਵੀ ਬੋਲਦੇ ਹਾਂ, ਤਾਂ ਉਸ ਕੇਸ ਦੇ ਅੰਦਰ ਪਾਰਟਨਰਸ਼ਿਪ ਨੂੰ ਦੁਬਾਰਾ ਰੀਡਰਾਫਟ ਕਿੱਦਾਂ ਕੀਤਾ ਜਾਏਗਾ। ਇਟ ਇਜ਼ ਅ ਪਾਰਟ ਆਫ ਦ ਰੀਕਨਸਟੀਟਿਊਸ਼ਨ। ਇਹਦੇ ਅੰਦਰ ਇੱਕ ਛੋਟੇ ਟੌਪਿਕਸ ਹੋਰ ਨੇ, ਵੈਲੂਏਸ਼ਨ ਆਫ ਗੁੱਡਵਿਲ, और दैन एक होर टॉपिक आएगा चेंज इन प्रॉफिट शेयरिंग रेशो। मेरे को इतने स्पेस अवेलेबल नहीं सी जिस करके मैं पूरा लिख नहीं पाया। एंड आप वैल्यूएशन ऑफ गुडविल, चेंज इन प्रॉफिट शेयरिंग रेशो। चेंज इन प्रॉफिट शेयरिंग रेशो का मतलब पुराने पार्टनर ही अपनी पार्टनरशिप की चेंज कर रहे हैं। देखो एक तो होंदा है कि पुराने पार्टनर्स A ते B 2 पार्टनर्स ने, उन्हों की रेशो है 1:1। हुण A ते B ही अज तो बाद अपनी रेशो बनानी चाहते हैं 3:2। मतलब पहला उन्होंने ये सोचा सी कि 50% जो प्रॉफिट होएगा, जे मान के चलो ਤੁਹਾਡਾ प्रॉफिट अगर 80,000 है तो 40,000 मिस्टर A ਦਾ ਹੋ ਗਿਆ ਤੇ 40,000 ਮਿਸਟਰ B ਦਾ ਹੋ ਗਿਆ। ਜੇ ਹੁਣ ਆਪਾਂ ਉਹਨਾਂ ਦੀ ਰੇਸ਼ੋ ਇਹ ਕਰ ਦਈਏ ਕਿ ਫੋਰ ਐਗਜ਼ਾਮਪਲ 4:1, ਹੁਣ ਇਹਦਾ ਮਤਲਬ ਜਾਂ ਆਪਾਂ ਉਹਦੀ ਰੇਸ਼ੋ ਇਹ ਕਰ ਦਈਏ 3:1, ਤਾਂ 3:1 ਦਾ ਕੀ ਮਤਲਬ ਹੋ ਜਾਏਗਾ ਕਿ 80,000 ਦੇ ਵਿੱਚੋਂ 60,000 A ਦਾ ਹੋ ਜਾਏਗਾ ਔਰ 20,000 ਕਿਹਦਾ ਹੋ ਜਾਏਗਾ, B ਦਾ ਹੋ ਜਾਏਗਾ। मतलब पुराने पार्टनर्स ही अपनी प्रॉफिट शेयरिंग रेशो ਨੂੰ चेंज कर रहे हैं, ਉਹਨੂੰ ਆਪਾਂ ਕੀ ਬੋਲਦੇ ਹਾਂ, चेंज इन प्रॉफिट शेयरिंग रेशोस। और ਜੇ ਉਹਨਾਂ ਦੇ ਵਿੱਚ ਕੋਈ ਨਵਾਂ ਪਾਰਟਨਰ ਐਡਮਿਟ ਹੋ ਗਿਆ ਫਿਰ ਉਹਨੂੰ ਆਪਾਂ ਕੀ ਬੋਲਦੇ ਹਾਂ, ਐਡਮਿਸ਼ਨ ਆਫ ਪਾਰਟਨਰ। ਉਹਦੇ ਨਾਲ ਵੀ ਪਾਰਟਨਰਸ਼ਿਪ 'ਚ ਚੇਂਜ ਆਏਗਾ। ਜੇ ਪੁਰਾਣੇ ਪਾਰਟਨਰ ਕੋਈ ਚੇਂਜ ਕਰਨਗੇ ਤਾਂ ਵੀ ਚੇਂਜ ਆਏਗਾ, ਜੇ ਕਿਸੇ ਨਵੇਂ ਨੂੰ ਐਡਮਿਟ ਕਰਨਗੇ ਤਾਂ ਵੀ ਚੇਂਜ ਆਏਗਾ।
ਜੇ ਕੋਈ ਸਾਨੂੰ ਛੱਡ ਕੇ ਜਾਏਗਾ ਰਿਟਾਇਰਮੈਂਟ ਆਪਣੀ ਮਰਜ਼ੀ ਦੇ ਨਾਲ ਤਾਂ ਵੀ ਚੇਂਜ ਆਏਗਾ। ਜੇ ਹੁਣ ਕਿਸੇ ਦੀ ਅਨਸਰਟਨਿਟੀ ਦੇ ਨਾਲ ਡੈਥ ਹੋ ਰਹੀ ਹੈ, ਇਹ ਵੀ ਪਾਰਟਨਰਸ਼ਿਪ ਨੂੰ ਮਤਲਬ ਲੀਵ ਕਰ ਹੀ ਗਿਆ, ਤਾਂ ਦੈਨ ਉਸ ਕੇਸ ਦੇ ਵਿੱਚ ਵੀ ਪਾਰਟਨਰਸ਼ਿਪ ਦੇ ਵਿੱਚ ਚੇਂਜ ਆਏਗਾ। ਮਤਲਬ ਕਿ ਇਹ ਸਾਰੇ ਟੌਪਿਕ ਨੂੰ ਅਸੀਂ ਕੀ ਬੋਲ ਦਿੰਦੇ ਹੁੰਦੇ ਆ, ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ, ਜਿਹਦੇ ਵਿੱਚ ਪੁਰਾਣੇ ਪਾਰਟਨਰਸ ਵੀ ਆਪਸ 'ਚ ਕੁਝ ਚੇਂਜ ਕਰ ਸਕਦੇ ਨੇ, ਨਵਾਂ ਪਾਰਟਨਰ ਐਡਮਿਟ ਹੋ ਕੇ ਵੀ ਕੁਝ ਚੇਂਜ ਹੋ ਸਕਦਾ ਹੈ, ਜਾਂ ਕੋਈ ਐਕਸਿਸਟਿੰਗ ਪਾਰਟਨਰ ਦੀ ਡੈਥ ਹੋ ਜਾਂਦੀ ਹੈ ਜਾਂ ਐਕਸਿਸਟਿੰਗ ਪਾਰਟਨਰ ਰਿਟਾਇਰਡ ਹੋ ਜਾਂਦਾ ਹੈ, ਤਾਂ ਵੀ ਕੋਈ ਨਾ ਕੋਈ ਚੇਂਜ ਹੋ ਸਕਦਾ ਹੈ। ਕਲੀਅਰ ਹੋ ਰਹੀ ਹੈ? ਦਿਸ ਵਨ ਇਜ਼ ਦਾ ਰੀਕਨਸਟੀਟਿਊਸ਼ਨ। ਔਰ ਰੀਕਨਸਟੀਟਿਊਸ਼ਨ ਦੇ ਅੰਦਰ ਬੇਟੇ 1 ਮਾਰਕ ਦਾ ਜੋ ਇੱਕ ਕੁਐਸਚਨ ਆਏਗਾ, ਉਹ 1 ਮਾਰਕ ਦੇ ਜਿਹੜੇ ਕੁਐਸਚਨਸ ਆਣਗੇ ਉਹ 2 ਕੁਐਸਚਨਸ ਰੀਕਨਸਟੀਟਿਊਸ਼ਨ ਐਜ਼ ਵੈਲ ਐਜ਼ ਡਿਸੋਲੂਸ਼ਨ ਦੋਨਾਂ ਦੇ ਵਿੱਚੋਂ ਕਿਸੇ ਚੋਂ ਵੀ ਆ ਸਕਦੇ ਆ। ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੀ ਪਾਰਟਨਰਸ਼ਿਪ ਦੇ ਅੰਦਰ ਜਿਹੜੇ ਵੈਰੀ ਸ਼ਾਰਟ ਕੁਐਸਚਨਸ ਬਣ ਰਹੇ ਨੇ, ਜਿਹੜੇ ਵੈਰੀ ਸ਼ਾਰਟ ਕੁਐਸਚਨਸ ਬਣਨਗੇ ਉਹ 2 ਕੁਐਸਚਨਸ ਬਣਨਗੇ। ਉਹ ਹੋ ਸਕਦਾ ਹੈ ਕਿ ਫੰਡਾਮੈਂਟਲਸ ਆਫ ਪਾਰਟਨਰਸ਼ਿਪ ਚੋਂ ਵੀ ਇੱਕ ਕੁਐਸਚਨ ਆ ਜਾਏ, ਰੀਕਨਸਟੀਟਿਊਸ਼ਨ ਚੋਂ ਵੀ ਇੱਕ ਕੁਐਸਚਨ ਆ ਜਾਏ। ਇਦਾਂ ਵੀ ਹੋ ਸਕਦਾ ਹੈ, ਇਦਾਂ ਵੀ ਹੋ ਸਕਦਾ ਹੈ ਕਿ ਇੱਕ ਕੁਐਸਚਨ ਫੰਡਾਮੈਂਟਲਸ ਚੋਂ ਆ ਜਾਏ, ਇੱਕ ਡਿਸੋਲੂਸ਼ਨ ਚੋਂ ਆ ਜਾਵੇ, ਜਾਂ ਇਦਾਂ ਵੀ ਹੋ ਸਕਦਾ ਹੈ ਇੱਕ ਕੁਐਸਚਨ ਰੀਕਨਸਟੀਟਿਊਸ਼ਨ ਚੋਂ ਆ ਜਾਵੇ, ਇੱਕ ਕੁਐਸਚਨ ਡਿਸੋਲੂਸ਼ਨ ਚੋਂ ਆ ਜਾਵੇ। ਕਲੀਅਰ ਹੋ ਰਹੀ ਹੈ? ਮਤਲਬ ਇਹਦੇ ਚੋਂ 2 ਕੁਐਸਚਨ 1 ਮਾਰਕ ਦੇ ਵੈਰੀ ਸ਼ਾਰਟ ਕੁਐਸਚਨਸ ਆਣੇ ਨੇ। ਹੁਣ ਕਿਹੜੇ ਵਿੱਚੋਂ ਕਿਹੜਾ ਆਣਾ ਹੈ ਇਹ ਤਾਂ ਹੁਣ ਐਗਜ਼ਾਮ ਦੇ ਵਿੱਚ ਹੀ ਪਤਾ ਲੱਗੇਗਾ। ਦੈਨ ਉਸ ਤੋਂ ਬਾਅਦ ਜਿਹੜੇ 2 ਮਾਰਕ ਕੁਐਸਚਨ ਹੈ, ਪਾਰਟਨਰਸ਼ਿਪ ਅਕਾਊਂਟਿੰਗ ਦੇ ਵਿੱਚੋਂ ਇੱਕ ਆਏਗਾ ਔਰ ਰੀਕਨਸਟੀਟਿਊਸ਼ਨ ਦੇ ਵਿੱਚੋਂ ਇੱਕ ਆਏਗਾ। ਡਿਸੋਲੂਸ਼ਨ ਦੀ ਮੈਂ ਡਿਸਕਸ਼ਨ ਤੁਹਾਡੇ ਨਾਲ ਕਰਦਾ ਹਾਂ ਹੁਣੇ। ਜਿਹੜਾ 4 ਮਾਰਕਸ ਕੁਐਸਚਨ ਹੋਣਗੇ, ਪਾਰਟਨਰਸ਼ਿਪ ਅਕਾਊਂਟਿੰਗ ਦੇ ਵਿੱਚੋਂ ਇੱਕ ਕੁਐਸਚਨ ਆਏਗਾ ਔਰ ਰੀਕਨਸਟੀਟਿਊਸ਼ਨ ਦੇ ਵਿੱਚੋਂ ਇੱਕ ਕੁਐਸਚਨ ਆਏਗਾ। ਠੀਕ ਹੈ ਜੀ। ਹੁਣ ਆਪਾਂ ਡਿਸਕਸ਼ਨ ਕਰਦੇ ਹਾਂ ਡਿਸੋਲੂਸ਼ਨ ਦੀ। ਬੇਟੇ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਔਰ ਰੀਕਨਸਟੀਟਿਊਸ਼ਨ ਦੇ ਅੰਦਰ ਕੀ ਡਿਫਰੈਂਸ ਹੁੰਦਾ ਹੈ? ਰੀਕਨਸਟੀਟਿਊਸ਼ਨ ਦੇ ਅੰਦਰ ਪਾਰਟਨਰਸ਼ਿਪ ਬਿਜ਼ਨਸ ਬੰਦ ਨਹੀਂ ਹੁੰਦਾ, ਬਟ ਡਿਸੋਲੂਸ਼ਨ ਦਾ ਮਤਲਬ ਕੀ ਹੁੰਦਾ ਵੈ ਡਿਸੋਲਵ ਹੋਣਾ। ਬੇਸਿਕਲੀ ਜਿਹੜਾ ਵਰਡ ਡਿਸੋਲਵ ਹੈ ਇਹ ਅਕਾਊਂਟੈਂਸੀ ਦਾ ਵਰਡ ਨਹੀਂ ਹੈ, ਇਹ ਵਰਡ ਡੈਰੀਵੇਸ਼ਨ ਕੀਤੀ ਗਈ ਹੈ ਸਾਇੰਸ ਦੇ ਵਰਡ ਤੋਂ। ਇਹ ਵਰਡ ਜਿਹੜਾ ਉਠਾਇਆ ਗਿਆ ਹੈ ਸਾਇੰਸ ਦੇ ਵਰਡ ਤੋਂ ਉਠਾਇਆ ਗਿਆ, ਡਿਸੋਲਵ ਹੋਣਾ। ਡਿਸੋਲਵ ਦਾ ਮਤਲਬ ਹੁੰਦਾ ਹੈ ਕਿ ਪਾਰਟਨਰਸ਼ਿਪ ਬਿਜ਼ਨਸ ਹੌਲੀ ਹੌਲੀ ਡਿਸੋਲਵ ਹੋ ਜਾਏਗਾ। ਮਤਲਬ ਕਿ ਆਪਾਂ ਇਹਨੂੰ ਇਹ ਨਹੀਂ ਬੋਲਾਂਗੇ ਕਿ ਇੱਕਦਮ ਸੋਲ ਪ੍ਰੋਪਰਾਈਟਰ ਦੀ ਤਰ੍ਹਾਂ ਬਿਜ਼ਨਸ ਸ਼ਟ ਡਾਊਨ ਹੋ ਗਿਆ। ਇੱਕ ਸਿੰਗਲ ਜਦੋਂ ਇੰਡੀਵਿਜੂਅਲ ਬਿਜ਼ਨਸ ਕਰ ਰਿਹਾ ਹੁੰਦਾ ਹੈ, ਜਾਂ ਮਿਸਟਰ ਐਕਸ ਇੱਕ ਖਾਲੀ ਇਕੱਲਾ ਬੰਦਾ ਜੇ ਬਿਜ਼ਨਸ ਕਰ ਰਿਹਾ, ਜਿਹਨੂੰ ਆਪਾਂ ਸੋਲ ਟਰੇਡਰ ਵੀ ਬੋਲਦੇ ਹਾਂ, ਸੋਲ ਪ੍ਰੋਪਰਾਈਟਰ ਵੀ ਬੋਲਦੇ ਹਾਂ, ਉਹਨੇ ਜੇ ਬਿਜ਼ਨਸ ਨਹੀਂ ਕਰਨਾ ਤੇ ਸਵੇਰੇ ਜਾ ਕੇ ਦੁਕਾਨ ਨਹੀਂ ਖੋਲੇਗਾ, ਤਾਂ ਬਿਜ਼ਨਸ ਸ਼ਟ ਡਾਊਨ ਹੋ ਗਿਆ। ਪਰ ਪਾਰਟਨਰਸ਼ਿਪ ਦੇ ਅੰਦਰ ਇਦਾਂ ਨਹੀਂ ਹੁੰਦਾ। ਪਾਰਟਨਰਸ਼ਿਪ ਹੋਏਗੀ ਤਾਂ ਉਹਦੇ ਵਿੱਚ ਬਿਜ਼ਨਸ ਇੱਕਦਮ ਸ਼ਟ ਡਾਊਨ ਨਹੀਂ ਹੁੰਦਾ। ਉਹਦੇ ਵਿੱਚ ਕਿਉਂਕਿ ਸਿਰਫ ਇਕੱਲਾ ਬੰਦਾ ਨਹੀਂ ਹੈ, ਉਹਦੇ ਅੰਦਰ 3 4 5 2 3 ਜਿੰਨੇ ਵੀ ਪਾਰਟਨਰਸ ਹੋਣਗੇ, ਉਹ ਸਾਰੇ ਪਾਰਟਨਰਸ ਨੂੰ ਜੋ ਉਹਨਾਂ ਦਾ ਲਾਸਟ ਮੂਮੈਂਟ ਦੇ ਉੱਪਰ ਸ਼ੇਅਰ ਮਿਲੇਗਾ, ਉਸ ਤੋਂ ਬਾਅਦ ਬਿਜ਼ਨਸ ਡਿਸੋਲਵ ਹੋਏਗਾ। ਮਤਲਬ ਇਹ ਹੋ ਗਿਆ ਕਿ ਸਭ ਤੋਂ ਪਹਿਲਾਂ ਜਦੋਂ ਬਿਜ਼ਨਸ ਡਿਸੋਲਵ ਹੁੰਦਾ ਵੈ ਤੇ ਦੇयर इज ए ਪ੍ਰੋਸੈਸ ਆਫ ਡਿਸੋਲੂਸ਼ਨ। ਔਰ ਪ੍ਰੋਸੈਸ ਆਫ ਡਿਸੋਲੂਸ਼ਨ ਦੇ ਅੰਦਰ ਪਹਿਲਾਂ ਸਾਡੀਆਂ ਐਸਿਡਸ ਜਿਹੜੀਆਂ ਬਿਜ਼ਨਸ ਦੀਆਂ ਹੁੰਦੀਆਂ ਨੇ, ਪਾਰਟਨਰਸ਼ਿਪ ਫਾਰਮ ਦੀਆਂ, ਉਹ ਸੇਲ ਹੋ ਜਾਂਦੀਆਂ ਨੇ। ਔਰ ਐਸਿਡਸ ਜਦੋਂ ਸੇਲ ਹੁੰਦੀਆਂ ਨੇ, ਫਿਰ ਹੌਲੀ ਕਰਕੇ ਸਾਨੂੰ ਉਸ ਐਸਿਡਸ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਸਾਨੂੰ ਰੀਅਲਾਈਜੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਐਸਿਡਸ ਤੋਂ। ਔਰ ਫਿਰ ਜਦੋਂ ਸਾਨੂੰ ਐਸਿਡਸ ਦੀ ਰੀਅਲਾਈਜੇਸ਼ਨ ਹੋਣੀ ਸ਼ੁਰੂ ਹੁੰਦੀ ਹੈ, ਫਿਰ ਅਸੀਂ ਹੌਲੀ ਆਪਣੀ ਜਿਹੜੀ ਆਊਟਸਾਈਡਰ ਲਾਇਬਿਲਿਟੀਜ਼ ਨੇ, ਫੋਰ ਐਗਜ਼ਾਮਪਲ ਸਾਡੇ ਬਿਜ਼ਨਸ ਦੇ ਕ੍ਰੈਡੀਟਰਸ ਨੇ, ਫੋਰ ਐਗਜ਼ਾਮਪਲ ਸਾਡਾ ਬੈਂਕ ਲੋਨ ਹੈ, ਕਲੀਅਰ ਹੋ ਰਹੀ ਹੈ, ਫੋਰ ਐਗਜ਼ਾਮਪਲ ਸਾਡਾ ਬਿਲਸ ਪੇਏਬਲ ਹੈ, ਉਹ ਅਸੀਂ ਉਹਨਾਂ ਨੂੰ ਪੇ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮਤਲਬ ਕਿ ਫਸਟ ਪ੍ਰੈਫਰੈਂਸ ਕੀ ਹੁੰਦੀ ਹੈ ਕਿ ਜਿਹੜੀਆਂ ਤੁਹਾਡੀਆਂ ਐਸਿਡਸ ਡਿਸੋਲਵ ਹੋ ਰਹੀਆਂ ਨੇ, ਜਿਹੜੀਆਂ ਐਸਿਡਸ ਰਿਅਲਾਈਜ਼ ਹੋ ਰਹੀਆਂ ਨੇ, ਉਹ ਐਸਿਡਸ ਰਿਅਲਾਈਜ਼ ਹੋਣ ਦਾ ਜਿਹੜਾ ਪੈਸਾ, ਜੇ ਆਪਾਂ ਨੂੰ ਮੰਨ ਕੇ ਚੱਲੋ ਆਪਾਂ ਨੂੰ 20 ਲੱਖ ਰੁਪਇਆ ਜੇ ਐਸਿਡਸ ਤੋਂ ਆਇਆ, ਤੇ ਸਾਡੀਆਂ ਜੇ 10 ਲੱਖ ਦੀਆਂ ਲਾਇਬਿਲਿਟੀਜ਼ ਖੜੀਆਂ ਹੋਈਆਂ ਨੇ ਜੋ ਆਪਾਂ ਬਾਹਰਲਿਆਂ ਨੂੰ ਪੈਸੇ ਦੇਣੇ ਆ, ਜਿਨ੍ਹਾਂ ਨੂੰ ਆਪਾਂ ਆਊਟਸਾਈਡਰ ਲਾਇਬਿਲਿਟੀਜ਼ ਵੀ ਬੋਲਦੇ ਹਾਂ, ਅਸੀਂ 20 ਲੱਖ ਦੇ ਵਿੱਚੋਂ ਪਹਿਲਾਂ 10 ਲੱਖ ਦੀਆਂ ਆਊਟਸਾਈਡਰ ਲਾਇਬਿਲਿਟੀਜ਼ ਦੀ ਪੇਮੈਂਟ ਕਰਾਂਗੇ। ਉਸ ਤੋਂ ਬਾਅਦ ਜੇ ਕੋਈ ਪੈਸਾ ਬਚੇਗਾ ਐਜ਼ ਵੈਲ ਐਜ਼ ਰੀਅਲਾਈਜੇਸ਼ਨ ਐਕਸਪੈਂਸਿਸ ਨੂੰ ਵੀ ਪੇ ਕਰਾਂਗੇ। ਮਤਲਬ ਕਿ ਜਿਹੜਾ ਬੰਦਾ ਸਾਡੀ ਡਿਸੋਲੂਸ਼ਨ ਕਰਵਾਉਣ ਆਇਆ ਹੋਏਗਾ, ਹੋ ਸਕਦਾ ਉਹ ਇੱਕ ਚਾਰਟਰਡ ਅਕਾਊਂਟੈਂਟ ਹੋਏ, ਹੋ ਸਕਦਾ ਕੋਈ ਉਹ ਲੀਗਲ ਪ੍ਰੋਫੈਸ਼ਨਲ ਪਰਸਨ ਹੋਏ, ਔਰ ਜਿਹੜਾ ਵੀ ਪਰਸਨ ਉਹ ਰੀਅਲਾਈਜੇਸ਼ਨ ਸਾਡੀ ਕਰ ਰਿਹਾ ਹੋਏਗਾ, ਜਿਹੜਾ ਵੀ ਪਰਸਨ ਸਾਡੇ ਬਿਜ਼ਨਸ ਨੂੰ ਡਿਸੋਲੂਸ਼ਨ ਕਰ ਰਿਹਾ ਹੋਏਗਾ, ਉਹ ਪਰਸਨ ਦੀ ਵੀ ਕੁਝ ਐਕਸਪੈਂਸਿਸ ਹੁੰਦੇ ਹੈ, ਉਹ ਵੀ ਸਾਨੂੰ ਪੈਸੇ ਉਹਨਾਂ ਨੂੰ ਦੇਣੇ ਪੈਂਦੇ ਹੈ, ਜਿਨ੍ਹਾਂ ਨੂੰ ਆਪਾਂ ਲੀਗਲ ਐਕਸਪੈਂਸਿਸ ਆਫ ਡਿਸੋਲੂਸ਼ਨ ਇਹ ਵੀ ਬੋਲਦੇ ਹਾਂ, ਜਾਂ ਇਨ ਸ਼ਾਰਟ ਵਰਡ ਆਪਾਂ ਨੂੰ ਰੀਅਲਾਈਜੇਸ਼ਨ ਐਕਸਪੈਂਸਿਸ ਵੀ ਬੋਲਦੇ ਹਾਂ। ਅਸੀਂ ਫੋਰ ਐਗਜ਼ਾਮਪਲ ਮੰਨ ਕੇ ਚੱਲੋ ਕਿ ਅਗਰ ਉਹ 20 ਲੱਖ ਰੁਪਏ ਜਿਹੜਾ ਸਾਨੂੰ ਰਿਅਲਾਈਜ਼ ਹੋਇਆ ਸੀਗਾ, 10 ਲੱਖ ਦੀਆਂ ਤਾਂ ਅਸੀਂ ਲਾਇਬਿਲਿਟੀਜ਼ ਦੀ ਪੇਮੈਂਟ ਕਰਤੀ, ਜਿਹੜੇ ਅਸੀਂ ਬਾਹਰਲਿਆਂ ਨੂੰ ਪੈਸੇ ਦੇਣੇ ਹੈ, ਲੱਖ ਰੁਪਏ ਅਸੀਂ ਰੀਅਲਾਈਜੇਸ਼ਨ ਐਕਸਪੈਂਸਿਸ ਪੇ ਕਰਤੇ। ਇਹਦਾ ਮਤਲਬ ਸਾਡੇ ਕੋਲ ਹੁਣ ਕਿੰਨੇ ਪੈਸੇ ਬਚ ਰਹੇ ਆ ਪਿੱਛੇ? 11 ਲੱਖ ਦੀਆਂ ਤਾਂ ਪੇਮੈਂਟ ਹੀ ਹੋ ਗਈਆਂ। ਆਊਟ ਆਫ 20 ਲੱਖ 11 ਲੱਖ ਦੀਆਂ ਤਾਂ ਪੇਮੈਂਟਸ ਹੀ ਹੋ ਰਹੀਆਂ ਨੇ। 9 ਲੱਖ ਰੁਪਏ ਸਾਡੇ ਕੋਲ ਬਚਦਾ ਪਿਆ। ਜਿਹੜਾ ਉਹ 9 ਲੱਖ ਰੁਪਏ ਬਚੇਗਾ, ਉਹਦੇ ਵਿੱਚੋਂ ਫਿਰ ਇਹ ਦੇਖਿਆ ਜਾਏਗਾ ਕਿ ਹਾਂਜੀ ਹੁਣ ਪਾਰਟਨਰਸ ਦਾ ਕਿੰਨਾ ਬਣ ਰਿਹਾ।
मतलब कि पार्टनर्स ने जे कोई लोन वगैरह लगाया होया है तो पार्टनर्स ਨੂੰ ਉਹਨਾਂ ਦੇ ਲੋਨ ਦੀ ਪੇਮੈਂਟ ਪਹਿਲਾਂ ਕੀਤੀ ਜਾਏਗੀ। ਜੇ ਪਾਰਟਨਰਸ ਨੇ ਬਿਜ਼ਨਸ ਦੇ ਵਿੱਚ ਪੈਸਾ ਲਗਾਇਆ ਹੋਇਆ ਹੈ ਐਜ਼ ਅ ਲੋਨ, ਐਜ਼ ਅ ਕੈਪੀਟਲ ਨਹੀਂ, ਐਜ਼ ਅ ਲੋਨ ਜੇ ਉਹਨਾਂ ਨੇ ਪੈਸਾ ਦਿੱਤਾ ਹੋਇਆ ਹੈ ਉਹ ਲੋਨ ਦੀ ਪਹਿਲਾਂ ਰੀਪੇਮੈਂਟ ਕੀਤੀ ਜਾਏਗੀ। ਫਿਰ ਲਾਸਟ ਦੇ ਉੱਪਰ ਜੇ ਮੰਨ ਕੇ ਚਲੋ 4 ਲੱਖ ਰੁਪਇਆ ਕਿਸੇ ਪਾਰਟਨਰ ਨੇ ਲੋਨ ਦਿੱਤਾ ਹੋਇਆ, ਮਿਸਟਰ ਏ ਨੇ 4 ਲੱਖ ਰੁਪਇਆ ਲੋਨ ਦਿੱਤਾ ਹੋਇਆ, ਇਹਦਾ ਮਤਲਬ 20 ਲੱਖ ਦੇ ਵਿੱਚੋਂ 11 ਲੱਖ ਦੀਆਂ ਤਾਂ ਤੁਸੀਂ ਪੇਮੈਂਟਸ ਪਹਿਲਾਂ ਹੀ ਕਰ ਚੁੱਕੇ ਹੋ। 4 ਲੱਖ ਰੁਪਏ ਦਾ ਮਿਸਟਰ ਏ ਦਾ ਲੋਨ ਵੀ ਅਸੀਂ ਰੀਪੇ ਕਰਾਂਗੇ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਸਾਡੇ ਕੋਲ ਕਿੰਨੇ ਪੈਸੇ ਬਚ ਰਹੇ ਹੈ? ਸਾਡੇ ਕੋਲ ਪੈਸੇ ਬਚ ਰਹੇ ਆ ਹੁਣ 5 ਲੱਖ ਰੁਪਇਆ, ਕਿਉਂਕਿ 15 ਲੱਖ ਦੀਆਂ ਤਾਂ ਅਸੀਂ ਰੀਪੇਮੈਂਟਸ ਹੀ ਕਰ ਚੁੱਕੇ ਹਾਂ। ਫਿਰ ਜਿਹੜਾ 5 ਲੱਖ ਹੋਏਗਾ ਉਹ ਏ ਔਰ ਬੀ ਨੂੰ ਉਹਨਾਂ ਦੀ ਕੈਪੀਟਲਸ ਦੇ ਵਿੱਚ ਦੇ ਦਿੱਤਾ ਜਾਏਗਾ। ਮਤਲਬ ਕਿ ਜਿਹੜਾ ਪੈਸਾ ਬਚੇਗਾ ਉਹ ਪਾਰਟਨਰਸ ਨੂੰ ਲਾਸਟ ਮੂਮੈਂਟ ਦੇ ਉੱਪਰ ਮਿਲੇਗਾ। ਜਿਹੜਾ ਕੋਈ ਪ੍ਰੋਫਿਟ ਲਾਸ ਹੋਏਗਾ ਅਲਟੀਮੇਟਲੀ ਫਾਈਨਲੀ ਉਹ ਪਾਰਟਨਰਸ ਨੂੰ ਹੀ ਬੇਅਰ ਕਰਨਾ ਪਏਗਾ। ਔਰ ਫਾਈਨਲੀ ਜਿਹੜਾ ਉਹਨਾਂ ਦਾ ਲਾਸ ਮਾਈਨਸ ਕਰਕੇ ਪਾਰਟਨਰਸ ਕੈਪੀਟਲ ਦੇ ਵਿੱਚੋਂ ਜਿਹੜਾ ਬੈਲੈਂਸ ਨਿਕਲੇਗਾ ਉਹ ਓਨਾ ਹੀ ਨਿਕਲੇਗਾ ਜਿੰਨਾ ਸਾਡੇ ਕੋਲ ਪੈਸਾ ਅਵੇਲੇਬਲ ਹੈ। ਉਹ ਤੁਹਾਡੇ ਨਾਲ ਮੈਂ ਇੱਥੇ ਡਿਸਕਸ਼ਨ ਕਰਾਂਗਾ। ਜਿਹੜਾ ਲਾਸਟ ਮੂਮੈਂਟ ਤੇ 5 ਲੱਖ ਹੋਏਗਾ ਪਾਰਟਨਰਸ ਕੈਪੀਟਲ ਦੇ ਵਿੱਚ ਵੀ ਉਹੀਓ 5 ਲੱਖ ਰਹੇਗਾ, ਕਿਉਂਕਿ ਉਹ ਲਾਸ ਮਾਈਨਸ ਹੋ ਚੁੱਕਾ ਹੋਏਗਾ ਉਹਨਾਂ ਦੀ ਕੈਪੀਟਲ 'ਚੋਂ। ਤੇ ਫਿਰ ਜਿਹੜਾ 5 ਲੱਖ ਬਚੇਗਾ ਉਹ ਏ ਔਰ ਬੀ ਨੂੰ ਜੇ ਮੰਨ ਕੇ ਚੱਲੋ ਉਹਨਾਂ ਦੀ ਇਕੁਅਲ ਰੇਸ਼ੋ ਹੈ ਤਾਂ 2.5 ਲੱਖ ਰੁਪਇਆ ਦੋਨਾਂ ਨੂੰ ਦੇ ਦਿੱਤਾ ਜਾਏਗਾ। ਠੀਕ ਹੈ ਜੀ, ਇਹਨੂੰ ਬੋਲਦੇ ਆ ਡਿਸੋਲੂਸ਼ਨ। ਕਲੀਅਰ ਹੋ ਰਹੀ ਹੈ? ਇੱਥੇ ਡਿਫਰੈਂਸ ਹੁੰਦਾ ਬੇਟੇ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਔਰ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ। ਇਹਦੇ ਅੰਦਰ ਡਿਫਰੈਂਸ ਹੁੰਦਾ ਇਹ ਮੈਂ ਤੁਹਾਡੇ ਨਾਲ ਜਦੋਂ ਚੈਪਟਰ ਦੇ ਵਿੱਚ ਆਊਂਗਾ ਫਿਰ ਡਿਸਕਸ਼ਨ ਕਰਾਂਗਾ ਕਿ ਆਪਾਂ ਜਿਹੜਾ ਚੈਪਟਰ ਇੱਥੇ ਪੜ੍ਹਨਾ ਹੈ ਅਸੀਂ ਖਾਲੀ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਨਹੀਂ ਪੜ੍ਹਨਾ। ਸਾਡੇ ਚੈਪਟਰ ਦਾ ਪੂਰਾ ਨਾਮ ਕੀ ਹੋਏਗਾ? ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ। ਫਰਮ ਦਾ ਮਤਲਬ ਕੀ ਹੈ ਕਿ ਸਾਰੀ ਫਰਮ ਹੀ ਖਤਮ ਹੋ ਰਹੀ ਹੈ, ਸਾਰੀ ਫਰਮ ਹੀ ਬੰਦ ਹੋ ਰਹੀ ਹੈ, ਸਾਰੀ ਫਰਮ ਨੂੰ ਹੀ ਅਸੀਂ ਡਿਸੋਲੂਸ਼ਨ ਕਰਨਾ ਹੈ। ਕੋਈ ਵੀ ਪਾਰਟਨਰ ਫਿਰ ਉਹਨੂੰ ਦੁਬਾਰਾ ਨਹੀਂ ਚਲਾਏਗਾ ਪਾਰਟਨਰਸ਼ਿਪ ਨੂੰ। ਜੇ ਅਸੀਂ ਖਾਲੀ ਇਹ ਬੋਲੀਏ ਨਾ ਡਿਸੋਲੂਸ਼ਨ ਆਫ ਪਾਰਟਨਰਸ਼ਿਪ, ਫਿਰ ਇਹਦੀ ਵਰਡਿੰਗ ਕੀ ਬਣਦੀ ਹੈ? ਫੋਰ ਐਗਜ਼ਾਮਪਲ ਏ ਬੀ ਸੀ 3 ਪਾਰਟਨਰ ਸੀਗੇ, ਉਹਨਾਂ ਨੇ ਫੋਰ ਦਾ ਟਾਈਮ ਬਿੰਗ ਆਪਣੀ ਪਾਰਟਨਰਸ਼ਿਪ ਨੂੰ ਡਿਸੋਲਿਊਟ ਕਰਤਾ। ਫਿਰ ਉਸ ਤੋਂ ਦੁਬਾਰਾ ਆ ਕੇ ਬੀ ਸੀ ਡੀ ਨੇ, ਏ ਵਿੱਚੋਂ ਨਿਕਲ ਗਿਆ, ਡੀ ਨੂੰ ਤੁਸੀਂ ਨਵਾਂ ਐਂਟਰ ਕਰ ਲਿਆ, ਬੀ ਸੀ ਡੀ ਜਾਂ ਮੰਨ ਕੇ ਚਲੋ ਡੀ ਈ ਐਫ ਨੇ ਉਹ ਪਾਰਟਨਰਸ਼ਿਪ ਰਨ ਕਰਨੀ ਸ਼ੁਰੂ ਕਰਤੀ। ਮਤਲਬ ਕਿ ਜਿਹੜੀ ਏ ਬੀ ਸੀ ਪਾਰਟਨਰਸ਼ਿਪ ਕਰ ਰਹੀ ਸੀਗੀ ਉਹ ਪਾਰਟਨਰਸ਼ਿਪ ਨੂੰ ਜਾਂ ਤਾਂ ਡੀ ਈ ਐਫ ਨਵੇਂ ਪਾਰਟਨਰਸ ਰਨ ਕਰਨਾ ਸ਼ੁਰੂ ਕਰਤੇ, ਜਾਂ ਏ ਨੂੰ ਵਿੱਚੋਂ ਕੱਢ ਕੇ ਤੁਸੀਂ ਡੀ ਨੂੰ ਵਿੱਚ ਪਾਤਾ, ਫਿਰ ਬੀ ਸੀ ਡੀ ਇਹ 3 ਪਾਰਟਨਰਸ ਨੇ ਰਨ ਕਰਨਾ ਸ਼ੁਰੂ ਕਰਤਾ। ਉਹਨੂੰ ਬੋਲਦੇ ਆ ਕਿ ਜੇ ਏ ਬੀ ਸੀ ਨੇ ਪਾਰਟਨਰਸ਼ਿਪ ਬੰਦ ਕੀਤੀ ਹੈ ਉਹਦੀ ਜਗ੍ਹਾ ਤੇ ਡੀ ਈ ਐਫ ਆ ਰਿਹਾ ਹੈ ਜਾਂ ਉਹਦੀ ਜਗ੍ਹਾ ਤੇ ਬੀ ਸੀ ਡੀ ਆ ਰਹੇ ਨੇ, ਤਾਂ ਉਹਨੂੰ ਆਪਾਂ ਬੋਲਦੇ ਹਾਂ ਏ ਔਰ ਬੀ, ਏ ਬੀ ਸੀ ਤਿੰਨਾਂ ਦਾ ਪਾਰਟਨਰਸ਼ਿਪ ਕੀ ਹੋ ਚੁੱਕੀ ਹੈ? ਡਿਸੋਲਿਊਟ। ਪਰ ਫਰਮ ਡਿਸੋਲਿਊਟ ਨਹੀਂ ਹੋਈ ਕਿਉਂਕਿ ਉਹਨਾਂ ਦੀ ਫਰਮ ਨੂੰ ਡੀ ਈ ਐਫ ਪਾਰਟਨਰਸ ਜਾਂ ਬੀ ਸੀ ਡੀ ਪਾਰਟਨਰਸ ਹੁਣ ਰਨ ਕਰ ਰਹੇ ਨੇ। ਮਤਲਬ ਕਿ ਬਿਜ਼ਨਸ ਸ਼ਟਡਾਊਨ ਨਹੀਂ ਹੋਇਆ, ਬਿਜ਼ਨਸ ਬੰਦ ਨਹੀਂ ਹੋਇਆ, ਸਿਰਫ ਪਾਰਟਨਰਸ਼ਿਪ ਡਿਸੋਲਿਊਟ ਹੋ ਕੇ ਇੱਕ ਨਵੀਂ ਪਾਰਟਨਰਸ਼ਿਪ ਬਣਾ ਦਿੱਤੀ ਗਈ। ਕਲੀਅਰ ਹੋ ਰਹੀ ਹੈ? ਇਹਦੇ ਲਈ ਆਪਾਂ ਵਰਡ ਯੂਜ਼ ਕਰਦੇ ਹਾਂ ਡਿਸੋਲੂਸ਼ਨ ਆਫ ਪਾਰਟਨਰਸ਼ਿਪ, ਜੋ ਆਪਣੇ ਚੈਪਟਰ ਦਾ ਨਾਮ ਨਹੀਂ ਹੈ। ਆਪਣੇ ਚੈਪਟਰ ਦਾ ਨਾਮ ਹੈ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ। ਔਰ ਫਰਮ ਦੇ ਵਿੱਚ ਜੇ ਫਰਮ ਬੰਦ ਹੋ ਰਹੀ ਹੈ ਇਹਦਾ ਮਤਲਬ ਏ ਬੀ ਸੀ ਦਾ ਜੇ ਬਿਜ਼ਨਸ ਬੰਦ ਹੋ ਰਿਹਾ ਹੈ ਤਾਂ ਏ ਬੀ ਸੀ ਦੇ ਬਿਜ਼ਨਸ ਨੂੰ ਹੁਣ ਕੋਈ ਵੀ ਰਨ ਨਹੀਂ ਕਰੇਗਾ ਤੇ ਏ ਬੀ ਸੀ ਆਪਣੇ ਬਿਜ਼ਨਸ ਦੀਆਂ ਸਾਰੀਆਂ ਐਸੈਟ ਸੇਲ ਕਰੇਗਾ। ਏ ਬੀ ਸੀ ਦਾ ਜਿਹੜਾ ਪਾਰਟਨਰਸ਼ਿਪ ਫਰਮ ਹੋਏਗੀ ਉਹ ਆਪਣੀ ਸਾਰੀ ਲਾਇਬਿਲਿਟੀਜ਼ ਦੀ ਪੇਮੈਂਟ ਕਰੇਗਾ, ਆਊਟਸਾਈਡਰ ਲਾਇਬਿਲਿਟੀਜ਼ ਦੀ, ਫਿਰ ਪਾਰਟਨਰ ਲੋਨ ਦੀ ਰੀਪੇਮੈਂਟਸ ਕਰੇਗਾ ਔਰ ਰੀਅਲਾਈਜੇਸ਼ਨ ਐਕਸਪੈਂਸਿਸ ਨੂੰ ਪੇ ਕਰੇਗਾ। ਫਾਈਨਲੀ ਜੇ ਕੋਈ ਪੈਸਾ ਬਚੇਗਾ ਫਿਰ ਉਹ ਕਿੱਥੇ ਸ਼ਿਫਟ ਕਰੇਗਾ? ਪਾਰਟਨਰਸ ਕੈਪੀਟਲ ਨੂੰ। ਕਲੀਅਰ ਹੋ ਰਹੀ ਹੈ ਚੀਜ਼? ਤਾਂ ਦਿਸ ਵਨ ਇਜ਼ ਮਾਈ ਚੈਪਟਰ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ। ਔਰ ਇਹਦੇ ਵਿੱਚ ਐਗਜ਼ਾਮ ਦੇ ਵਿੱਚ 1 ਮਾਰਕ ਕੁਐਸਚਨ ਨੂੰ ਤੁਹਾਨੂੰ ਮੈਂ ਦੱਸ ਚੁੱਕਾ। 1 ਮਾਰਕ ਕੁਐਸਚਨ ਇਹ ਤਿੰਨਾਂ ਦੇ ਵਿੱਚੋਂ ਕਿਸੇ ਚੋਂ ਵੀ ਇੱਕ 'ਚ ਆ ਸਕਦੇ, ਮਤਲਬ 2 ਕੁਐਸਚਨ ਜਿਹੜੇ ਆਣੇ ਹੈ ਉਹ ਤਿੰਨਾਂ ਦੇ ਵਿੱਚੋਂ ਕੋਈ ਵੀ 2 ਕੁਐਸਚਨਸ ਆ ਸਕਦੇ ਨੇ। ਜਿਹੜਾ 2 ਮਾਰਕ ਕੁਐਸਚਨ ਹੋਏਗਾ 2 ਮਾਰਕ ਕੁਐਸਚਨ ਇੱਕ ਡਿਸੋਲੂਸ਼ਨ ਦੇ ਵਿੱਚੋਂ ਉਹ ਡਾਲਣਗੇ, ਐਜ਼ ਵੈਲ ਐਜ਼ 4 ਮਾਰਕਸ ਕੁਐਸਚਨ ਇੱਕ ਡਿਸੋਲੂਸ਼ਨ ਦੇ ਵਿੱਚੋਂ ਆ ਸਕਦਾ। ਕਲੀਅਰ ਹੋ ਰਹੀ ਹੈ? ਜੋ ਐਜ਼ ਪਰ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜੋ ਉਹਨਾਂ ਨੇ ਸਟਰਕਚਰ ਪ੍ਰੋਵਾਈਡਡ ਕੀਤਾ ਹੋਇਆ ਹੈ ਉਹਦੇ ਵਿੱਚੋਂ 4 ਮਾਰਕਸ ਦਾ ਕੁਐਸਚਨ ਇੱਕ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ ਦੇ ਵਿੱਚੋਂ ਔਰ ਇੱਕ 2 ਮਾਰਕਸ ਦਾ ਕੁਐਸਚਨ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ ਦੇ ਵਿੱਚੋਂ ਐਗਜ਼ਾਮ ਦੇ ਵਿੱਚ ਹਿੱਟ ਹੋ ਸਕਦਾ ਹੈ। ਠੀਕ ਹੈ, ਬਾਕੀ 1 ਮਾਰਕ ਕੁਐਸਚਨ ਇਟ ਡਿਪੈਂਡਸ ਅਪਨ ਦੀ ਪਾਰਟਨਰਸ਼ਿਪ ਅਕਾਊਂਟਿੰਗ, ਰੀਕਨਸਟੀਟਿਊਸ਼ਨ ਐਂਡ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ, ਇਹ ਤਿੰਨਾਂ ਦੇ ਵਿੱਚੋਂ ਕਿਹੜੇ 2 ਕੁਐਸਚਨ ਉਹ ਆ ਰਹੇ। ਠੀਕ ਹੈ ਜੀ। ਅੱਛਾ, ਦੈਨ ਬੇਟੇ ਆਪਾਂ ਡਿਸਕਸ਼ਨ ਕਰਦੇ ਹਾਂ 6 ਮਾਰਕ ਕੁਐਸਚਨ ਦੀ। ਜਿਹੜਾ 6 ਮਾਰਕਸ ਦਾ ਕੁਐਸਚਨ ਹੋਏਗਾ, ਦੇਖੋ ਜਿਹੜਾ 6 ਮਾਰਕਸ ਦਾ ਕੁਐਸਚਨ ਹੈ ਨਾ ਇਹਨੂੰ ਆਪਾਂ ਕੁਐਸਚਨ ਨੂੰ ਕੀ ਬੋਲਦੇ ਆ? ਲੌਂਗ ਆਨਸਰ ਟਾਈਪ ਕੁਐਸਚਨ। ਇਹ ਕੁਐਸਚਨ ਹੋਏਗਾ ਲੌਂਗ ਆਨਸਰ ਟਾਈਪ ਕੁਐਸਚਨ। ਜਿਹੜਾ ਲੌਂਗ ਆਨਸਰ ਟਾਈਪ ਕੁਐਸਚਨ ਹੈ ਇਹ ਸਾਨੂੰ ਐਗਜ਼ਾਮ ਦੇ ਵਿੱਚ ਇੰਟਰਨਲ ਚੁਆਇਸ ਦੇ ਨਾਲ ਆਏਗਾ। ਇਹਦੇ ਵਿੱਚ ਸਾਨੂੰ ਐਗਜ਼ਾਮ ਦੇ ਵਿੱਚ ਇੰਟਰਨਲ ਚੁਆਇਸ ਆਏਗੀ ਔਰ ਇੰਟਰਨਲ ਚੁਆਇਸ ਕਿਹਦੇ ਵਿੱਚ ਆਏਗੀ? ਸਾਨੂੰ 1 ਕੁਐਸਚਨ ਅਟੈਂਪਟ ਕਰਨਾ ਹੈ ਆਊਟ ਆਫ 2 numerical questions। ਸਾਨੂੰ 1 ਕੁਐਸਚਨ ਅਟੈਂਪਟ ਕਰਨਾ ਹੋਏਗਾ ਆਊਟ ਆਫ 2 numerical questions। ਮਤਲਬ ਸਾਨੂੰ ਜਿਹੜਾ 6 ਮਾਰਕ ਦਾ ਇੱਕ ਕੁਐਸਚਨ ਆਣਾ ਹੈ
ਸਾਨੂੰ ਜਿਹੜਾ 6 ਮਾਰਕਸ ਦਾ ਬੇਟੇ ਇੱਕ ਕੁਐਸਚਨ ਆਏਗਾ, ਉਹ ਸਾਨੂੰ 2 ਨੂਮੈਰੀਕਲ ਕੁਐਸਚਨ ਆਣੇ ਨੇ, ਔਰ ਉਹ 2 ਨੂਮੈਰੀਕਲ ਕੁਐਸਚਨ ਦੇ ਵਿੱਚੋਂ ਆਪਾਂ ਕੋਈ ਇੱਕ ਕੁਐਸਚਨ ਅਟੈਂਪਟ ਕਰਨਾ ਹੈ। ਮਤਲਬ no theoretical choice, 2 questions और both are numerical in nature। दोनों questions numerical होंगे और जो आप एक numerical attempt करने। ਹੁਣ ਉਹ ਜਿਹੜੇ 2 question numerical ਆਣੇ ਹੈ, ਉਹ 2 question ਜਾਂ accounting for non profit concern ਚੋਂ ਵੀ ਇੱਕ question ਹੋ ਸਕਦਾ ਹੈ, ਜਾਂ ਇਹ partnership accounting ਦੇ ਵਿੱਚੋਂ ਵੀ ਇੱਕ question ਹੋ ਸਕਦਾ ਹੈ। ਮਤਲਬ accounting for non profit concern ਦਾ ਮੰਨ ਕੇ ਚੱਲੋ ਜੀ ਇੱਕ question ਆ ਗਿਆ, ਇਧਰੋਂ ਮੰਨ ਕੇ ਚੱਲੋ ਜੇ dissolution ਦਾ ਇੱਕ question ਆ ਗਿਆ ਤੇ 2 ਕੁਐਸਚਨ ਹੋ ਗਏ। ਇਹ ਵੀ ਹੋ ਸਕਦਾ ਹੈ ਕਿ ਉਹ ਪਾਰਟਨਰਸ਼ਿਪ ਅਕਾਊਂਟਿੰਗ, ਰੀਕਨਸਟੀਟਿਊਸ਼ਨ ਤੇ ਡਿਸੋਲੂਸ਼ਨ ਦੇ ਵਿੱਚੋਂ ਹੀ ਦੋਨੋਂ ਕੁਐਸਚਨ ਡਾਲ ਦੇਣ। ਨਾਨ ਪ੍ਰੋਫਿਟ ਦਾ 6 ਮਾਰਕ ਦਾ ਕੁਐਸਚਨ ਹੀ ਨਾ ਡਾਲਣ ਇੰਟਰਨਲ ਚੋਇਸ ਦੇ ਅੰਦਰ। ਹੋ ਸਕਦਾ ਹੈ ਕਿ ਐਡਮਿਸ਼ਨ ਔਰ ਡਿਸੋਲੂਸ਼ਨ ਇਹ ਦੋਨਾਂ ਦਾ ਇੱਕ ਕੁਐਸਚਨ 2 ਕੁਐਸਚਨ ਆ ਜਾਣ। ਇਹ ਵੀ ਹੋ ਸਕਦਾ ਹੈ ਪਾਰਟਨਰਸ਼ਿਪ ਅਕਾਊਂਟਿੰਗ ਔਰ ਰੀਕਨਸਟੀਟਿਊਸ਼ਨ ਦੇ 2 ਕੁਐਸਚਨ ਆ ਜਾਣ। ਇਹ ਵੀ ਹੋ ਸਕਦਾ ਹੈ ਪਾਰਟਨਰਸ਼ਿਪ ਅਕਾਊਂਟਿੰਗ ਔਰ ਡਿਸੋਲੂਸ਼ਨ ਦੇ 2 ਕੁਐਸਚਨ ਆ ਜਾਣ। ਇਹ ਵੀ ਹੋ ਸਕਦਾ ਹੈ ਨਾਨ ਪ੍ਰੋਫਿਟ ਕੰਸਰਨ ਦੇ ਨਾਲ ਪਾਰਟਨਰਸ਼ਿਪ ਆ ਜਾਵੇ, ਨਾਨ ਪ੍ਰੋਫਿਟ ਕੰਸਰਨ ਦੇ ਨਾਲ ਰੀਕਨਸਟੀਟਿਊਸ਼ਨ ਆ ਜਾਵੇ, ਨਾਨ ਪ੍ਰੋਫਿਟ ਕੰਸਰਨ ਦੇ ਨਾਲ ਡਿਸੋਲੂਸ਼ਨ ਆ ਜਾਵੇ। ਮਤਲਬ ਕਿ ਉਹ ਜਿਹੜੇ 2 ਕੁਐਸਚਨ ਆਣੇ ਨੇ, ਔਰ ਇਹ ਚਾਰਾਂ ਦੇ ਜਿਹੜੇ 4 ਯੂਨਿਟਸ ਹੈਗੇ ਨੇ ਬੇਸਿਕਲੀ ਫਸਟ, ਸੈਕਿੰਡ, ਥਰਡ, ਫੋਰਥ, ਉਹ ਕਿਸੇ ਦੇ ਵਿੱਚੋਂ ਵੀ 2 ਕੁਐਸਚਨਸ ਉਹ ਡਾਲ ਸਕਦੇ ਨੇ, ਜਿਹਦੇ ਵਿੱਚੋਂ ਆਪਾਂ ਨੂੰ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਅਟੈਂਪਟ ਕਰਨਾ ਹੋਏਗਾ, ਔਰ ਉਹ ਦੋਨੋਂ ਕੁਐਸਚਨ ਨੂਮੈਰੀਕਲ ਇਨ ਨੇਚਰ ਹੋਣਗੇ। ਇਹ ਤਾਂ ਸੀਗਾ ਜੀ ਸੈਕਸ਼ਨ A, ਜਿਹਦੇ ਵਿੱਚ ਸਾਨੂੰ ਕੋਈ ਵੀ ਚੋਇਸ नहीं है। चॉइस मेरे कहने का मतलब की है कि चॉइस इस सैक्शन के अंदर किसी पार्ट की नहीं है। मैं ये नहीं कह रहा कि क्वेश्चन की चॉइस नहीं है। क्वेश्चन की चॉइस एक 4 मार्क्स के अंदर भी सानू आनी है, एक 6 मार्क्स के अंदर क्वेश्चन की भी चॉइस आनी है। क्वेश्चन की चॉइस होएगी पर पार्ट की चॉइस नहीं है। पार्ट सानू यही अटैम्प्ट करना है। क्लियर हो रही है कि मैं की बोलना चाह रहा? मतलब पार्ट इज ए कंपलसरी। क्वेश्चन के अंदर चॉइसिस होनगियां, 1 मार्क और 2 मार्क के अंदर चॉइसिस नहीं है, 4 मार्क और 6 मार्क्स के अंदर चॉइसिस होनगियां। और तुहाडे सामने मैं क्वेश्चन पेपर की PPT फाइल लैके आवांगा, ਉਹਦੇ ਵਿੱਚ ਆਪਾਂ डिस्कशन करांगे। दैन उस तो बाद बेटे जो सैक्शन B होएगा, सैक्शन B ਦੇ अंदर 2 पार्ट्स ने, मैं ਤੁਹਾਡੇ ਨਾਲ ਅੱਗੇ ਵੀ डिस्कशन ਕੀਤੀ है। पार्ट 2 अकाउंट्स ਤੇ न्यूमेरिकल्स ਦੇ ਨਾਲ रिलेटेड है, ਜਿਹਦੇ अंदर शेयर कैपिटल, डिबेंचर्स, एनालिसिस ऑफ फाइनेंशियल स्टेटमेंट्स और कैश फ्लो स्टेटमेंट यह होएगा। और पार्ट 3 वो कंप्यूटराइज्ड अकाउंटिंग है। यह दोनों के विचों एक अटैम्प्ट करना है और आप पार्ट 2 की तुहाडे नाल डिस्कशन करांगे। मतलब कि सैक्शन B के अंदर पार्ट की चॉइस है। क्लियर हो रही है? सैक्शन B के अंदर पार्ट की चॉइस है। मैं तुहाडे नाल पहला भी डिस्कशन की थी, मैं एक बार दोबारा बोल रहा क्योंकि कुछ बच्चे ये समझ के बैठ जाते हैं कि कंप्यूटराइज्ड अकाउंटिंग इज ए कंपलसरी इन नेचर। नो, आप या तो कंप्यूटराइज्ड अकाउंटिंग करनी है या आप पार्ट 2 करेंगे, और मेरी तुहाडे नाल पार्ट 2 की डिस्कशन होएगी। अच्छा, हुण बेटे पार्ट 2 सैक्शन B का जिहड़ा पार्ट 2 होएगा, ਉਹਦੇ ਵਿੱਚ पहला चैप्टर या मतलब कि आप ओवरऑल सीक्वेंस चाहिए तो 5th चैप्टर बन रहा है अकाउंटिंग फॉर शेयर कैपिटल एज वैल एज डिबेंचर्स। ਇਹਨੂੰ ਆਪਾਂ ਸਿੰਪਲੀਫਾਈਡ वर्जन या ਸਿੰਪਲੀਫਾਈਡ लैंग्वेज की बोलते हैं कंपनी अकाउंटिंग। कंपनी अकाउंटिंग के अंदर 1 मार्क एक क्वेश्चन जो वेरी शॉर्ट क्वेश्चन आएगा, एक क्वेश्चन ये आएगा, 2 मार्क्स का एक क्वेश्चन आएगा, 4 मार्क्स का एक क्वेश्चन आएगा, और 6 मार्क्स की फिर इंटरनल चॉइस के नाल क्वेश्चन आएगा। मतलब कि 6 मार्क्स के उत्ते आप श्योर नहीं है। 1 मार्क, 2 मार्क, 4 मार्क्स, ਇਹਦਾ मतलब 1 2 4 4 2 6 + 1 7 मार्क्स का श्योर शॉट बन रहा है जी कि कंपनी अकाउंट्स के विचों क्वेश्चन आएगा। मतलब कि 7 मार्क्स ਇਹ ਜਿਹੜੇ ਨੇ कंपनी अकाउंट्स ਦੇ ਵਿੱਚੋਂ ਹਿੱਟ ਹੋ ਰਹੇ। क्लियर हो रही है? बाकी अगर 6 मार्क्स का भी आ जाता है क्वेश्चन, फिर 7 + 6 कितने मार्क्स बन जाते हैं? 13 मार्क्स। इसका मतलब कंपनी अकाउंटिंग जो है बेटे उस बहुत ज़्यादा वेटेज रख रहे हैं एग्जाम च। अगर 7 मार्क्स का तो श्योर शॉट है, 7 मार्क्स का तो आएगा ही आएगा, पर जे नाल 6 नंबर का क्वेश्चन ये लॉन्ग आ गया तो फिर 7 + 6 13 नंबर का सिर्फ कंपनी अकाउंटिंग ही पेपर च आ रहे हैं। अच्छा, दैन उस तो बाद एक कंपनी अकाउंटिंग ਜਿਹਦੇ अंदर शेयर कैपिटल, डिबेंचर्स ਦੇ ਵਿੱਚ मैं ਤੁਹਾਡੇ ਨਾਲ इशू और पंजाब बोर्ड के अंदर रिडम्पशन, और रिडम्पशन के अंदर पंजाब बोर्ड वाले एक टॉपिक कवर करते हैं सिंकिंग फंड या डिबेंचर रिडम्पशन फंड। वो भी ਤੁਹਾਡੇ ਨਾਲ ਇੱਥੇ डिस्कशन होएगी जो पंजाब स्कूल एजुकेशन बोर्ड वाले बच्चों वास्ते रेलीवेंट होएगी। सिंकिंग फंड CBSE के अंदर नहीं है, और CBSE के सिलेबस की डिस्कशन मैं अजे बाद चो करांगा। फिलहाल पंजाब बोर्ड। नेक्स्ट उस तो बाद बेटे जो 6th चैप्टर होएगा एनालिसिस ऑफ फाइनेंशियल स्टेटमेंट्स।
एनालिसिस ऑफ फाइनेंशियल स्टेटमेंट्स के अंदर आप बैलेंस शीट ऑफ कंपनी बनानी सीखांगे जो कंपनीज एक्ट 2013 वालों प्रिस्क्राइब है। ਉਹਦੇ अंदर कंपनीज एक्ट 2013 ने सानू शेड्यूल नंबर 3 दिता होया है ਜਿਹਦੇ ਵਿੱਚ ਅਸੀਂ बैलेंस शीट ऑफ कंपनी का फॉर्मेट ਤੁਹਾਡੇ ਨਾਲ डिस्कशन करांगे और वो फॉर्मेट ਨੂੰ एग्जाम ਦੇ ਵਿੱਚ क्वेश्चन किद्दां ਪੁੱਛੇ ਜਾਂਦੇ ਨੇ ਉਹ ਤੁਹਾਡਾ ਮੇਰੀ डिस्कशन ਦਾ ਇੱਥੇ ਪਾर्ट ਹੋਏਗਾ। दैन उस तो बाद फाइनेंशियल स्टेटमेंट एनालिसिस के अंदर और की होएगा टूल्स ऑफ फाइनेंशियल स्टेटमेंट एनालिसिस एज वेल एज रेशियो एनालिसिस। क्लियर हो रही है? मतलब की हो गया कि बैलेंस शीट, टूल्स ऑफ फाइनेंशियल स्टेटमेंट्स तुसी थोड़े बहुते पढ़े होंगे, कॉमन साइज इनकम स्टेटमेंट, कॉमन साइज बैलेंस शीट्स, कंपैरेटिव इनकम स्टेटमेंट, कंपैरेटिव बैलेंस शीट्स, ये तुसी मतलब कीता होएगा अपने कोर्स के अंदर। फिर भी आप एक बार इत्थे रिवाइज करांगे सब कुछ। टूल्स ऑफ फाइनेंशियल स्टेटमेंट एनालिसिस, बैलेंस शीट ऑफ कंपनी और एज वेल एज रेशियो एनालिसिस, ये सब इको ही यूनिट के अंदर कवर्ड हो रहे हैं और वो यूनिट का नाम होएगा एनालिसिस ऑफ फाइनेंशियल स्टेटमेंट्स। हाँ जी बेटे, जिहड़ा अकाउंटिंग फॉर शेयर कैपिटल है ਇਹਦੇ ਵਿੱਚੋਂ 7 ਮਾਰਕਸ ਦਾ ਕੁਐਸਚਨਸ ਤਾਂ ਆਣਗੇ ਹੀ ਆਣਗੇ, मतलब 1 मार्क 1 क्वेश्चन, 2 मार्क्स ਦਾ 1 क्वेश्चन और 4 मार्क्स ਦਾ 1 क्वेश्चन। पर जे 7 ਦੇ ਨਾਲ ਆਪਾਂ ਨੂੰ ਇੱਕ 6 ਨੰਬਰ ਦਾ ਕੁਐਸਚਨ ਵੀ ਉੱਥੇ ਹੋਰ ਮਿਲ ਗਿਆ ਤਾਂ ਅਕਾਊਂਟਿੰਗ ਫॉर शेयर कैपिटल एंड डिबेंचर्स टोटल 13 मार्क्स ਦੀ वेटेज कवर कर जाएगा। ठीक है जी, मतलब कि 7 मार्क्स ਤਾਂ श्योर शॉर्ट ही ने। जे एक क्वेश्चन 6 मार्क्स का भी विच हिट हो गया तो टोटल 13 मार्क्स की अकाउंटिंग फॉर शेयर कैपिटल एंड डिबेंचर्स की कवरेज होएगी। दैन उस तो बाद आप अपने अगले टॉपिक ते आने हैं जो है एनालिसिस ऑफ फाइनेंशियल स्टेटमेंट्स। और फाइनेंशियल स्टेटमेंट्स के अंदर केड़ा टॉपिक कवर्ड होएगा? बैलेंस शीट ऑफ कंपनीज एज वेल एज टूल्स ऑफ फाइनेंशियल स्टेटमेंट एनालिसिस। टूल्स ऑफ फाइनेंशियल स्टेटमेंट एनालिसिस के अंदर कंपैरेटिव इनकम स्टेटमेंट, कंपैरेटिव बैलेंस शीट, कॉमन साइज इनकम स्टेटमेंट, कॉमन साइज बैलेंस शीट्स, ये तुसीं पढ़ियां होणगियां जो बहुत ईजी भी होंदियां ने। दैन उस तो बाद अगला टॉपिक जिहड़ा इत्थे कवर्ड होएगा वो होएगा रेशियो एनालिसिस। रेशियो एनालिसिस के अंदर करंट रेशो, लिक्विडिटी रेशोज, सॉल्वेंसी रेशोज, ये सब रेशोज तुहाडे नाल, एक्टिविटी रेशोज, ये तुहाडे नाल डिस्कशन होएगी मेरी। अच्छा हुण जिहड़ा यह वाला चैप्टर है एनालिसिस ऑफ फाइनेंशियल स्टेटमेंट्स, ये किन्ने कवर्ड करेगा? जिहदे अंदर बैलेंस शीट, टूल्स और रेशियो एनालिसिस होएगा। 1 मार्क का एक क्वेश्चन तो आएगा ही आएगा और जिहड़ा 2 मार्क्स का क्वेश्चन है वो इहदे चों भी एक क्वेश्चन आ सकता है या कैश फ्लो दे विचों भी एक क्वेश्चन आ सकता है। मतलब ये हो गया कि जिहड़ा एनालिसिस ऑफ फाइनेंशियल स्टेटमेंट्स है ਇਹਦੇ ਵਿੱਚੋਂ 1 मार्क का एक क्वेश्चन आएगा, 2 मार्क्स का क्वेश्चन श्योर नहीं है। 2 मार्क्स का एक क्वेश्चन ਇਹਦੇ ਚੋਂ भी आ सकता है, एक क्वेश्चन आना 2 मार्क्स का, और या तो इधरों भी आ सकता है या वो इधरों भी आ सकता है। मतलब एक क्वेश्चन तो ऑलरेडी ऊपर शेयर कैपिटल का कवर्ड हो गया ना, हुण एक क्वेश्चन या इधरों या इधरों, मतलब टोटल 2-2 नंबर के 2 क्वेश्चन ਜਿਹੜੇ आने ने ਉਹਦੇ ਚੋਂ एक शेयर कैपिटल डिबेंचर्स की कवरेज, कंपनी अकाउंटिंग कवरेज करेगा और एक क्वेश्चन कैश फ्लो स्टेटमेंट और फाइनेंशियल स्टेटमेंट्स दोनों विचों कोई एक क्वेश्चन हिट हो सकता है। दैन उस तो बाद आप 4 मार्क्स के क्वेश्चन के अंदर आइए, ਉਹਦੇ ਵਿੱਚੋਂ एनालिसिस ऑफ फाइनेंशियल स्टेटमेंट्स ਦੇ ਵਿੱਚ एक क्वेश्चन एग्जाम ਦੇ ਵਿੱਚ आएगा 4 मार्क्स का। दैन उस तो बाद बेटे ਜਿਹੜਾ 6 मार्क्स का क्वेश्चन है वो डिपेंड करता है कि वो आ रहा है कि नहीं आ रहा, क्योंकि वो इंटरनल चॉइस बेस्ड क्वेश्चन है। वो शेयर कैपिटल, एनालिसिस ऑफ फाइनेंशियल स्टेटमेंट्स और कैश फ्लो, ਇਹ ਤਿੰਨਾਂ ਦੇ ਵਿੱਚੋਂ ਕੋਈ 2 क्वेश्चन आने ने। वो ਤੁਹਾਡੇ ਨਾਲ 6 ਮਾਰਕਸ ਦੀ ਮੈਂ डिस्कशन करता हाँ ਉਹਨੇ। फिलहाल आप कैश फ्लो स्टेटमेंट के ऊपर चलते हैं। कैश फ्लो स्टेटमेंट के अंदर 1 मार्क का एक क्वेश्चन जो होएगा वो एग्जाम च आएगा। 2 मार्क्स के अंदर एनालिसिस भी आ सकता है, CFS भी आ सकता है, दोनों च कोई एक क्वेश्चन आएगा। और 4 मार्क्स के अंदर एक क्वेश्चन कैश फ्लो स्टेटमेंट के विचों आएगा। ठीक है जी, मतलब ये हो गया कैश फ्लो स्टेटमेंट 100% कवरेज कितनी रख रहा है? 1 मार्क है क्वेश्चन, 1 मार्क है क्वेश्चन, मतलब कैश फ्लो स्टेटमेंट 4+1 5 मार्क्स तक तो आएगा ही आएगा। पर जे नाल 6 मार्क्स तक वो क्वेश्चन भी आ गया लॉन्ग क्वेश्चन, फिर 5+6 11 मार्क्स की कैश फ्लो स्टेटमेंट की वेटेज हो जाएगी। क्लियर हो रही है? और जो एनालिसिस ऑफ फाइनेंशियल स्टेटमेंट्स को आप देखिए 1 मार्क का क्वेश्चन आएगा ही आएगा और 4 मार्क्स का क्वेश्चन आएगा, मतलब 5 मार्क्स का भी वेटेज रख रहे हैं। पर जे नाल 6 मार्क्स का क्वेश्चन हिट हो गया, 5+6 11 मार्क्स की कवरेज एनालिसिस ऑफ फाइनेंशियल स्टेटमेंट्स की भी हो जाएगी। हुण आपां गल करिए जिहड़ा 6 मार्क का क्वेश्चन आना है, जिन्होंने आपां पहलां भी की बोलिया सीगा कि लॉन्ग आंसर टाइप क्वेश्चन है, जिहदे विचों सानूं एग्जाम दे विच इंटरनल चॉइस दे नाल क्वेश्चन आना है। इंटरनल चॉइस दे नाल क्वेश्चन आएगा और इंटरनल चॉइस दे नाल जिहड़ा क्वेश्चन आएगा सानूं ਉਹਦੇ ਵਿੱਚੋਂ एक क्वेश्चन अटैम्प्ट करना है आउट ऑफ 2 क्वेश्चंस। बेटे इत्थे साडे कोल 2 क्वेश्चन आने ने, ਉਹਦੇ ਵਿੱਚੋਂ सानूं एक क्वेश्चन अटैम्प्ट करना है और वो दोनों क्वेश्चंस की इंटरनल चॉइस होएगी। इत्थे आपां एक चीज़ ये ध्यान च रखनी है कि जिहड़ा इंटरनल चॉइस वाला ये क्वेश्चन आ रहा है, ਇਹਦੇ ਵਿੱਚ एक थ्योरैटिकल क्वेश्चन होएगा।
मतलब यह हो गया कि जिहड़ा एक क्वेश्चन होएगा वो न्यूमेरिकल होएगा और जिहड़ा एक क्वेश्चन होएगा वो की होएगा थ्योरी बेस्ड क्वेश्चन, मतलब थ्योरी बेस्ड क्वेश्चन होएगा। 6 मार्क्स ते दो क्वेश्चन एग्जाम दे विच आने ने, एक न्यूमेरिकल बेस्ड क्वेश्चन होएगा, एक थ्योरेटिकल बेस्ड क्वेश्चन होएगा और आपां इन्हां नूं दोनों दे विचों कोई एक क्वेश्चन अटैम्प्ट करना है। जां असीं न्यूमेरिकल क्वेश्चन नूं भी पूरा अटैम्प्ट कर सकते हैं जां असीं थ्योरी क्वेश्चन नूं भी अटैम्प्ट कर सकते हैं। मतलब इत्थे जिहड़ी 6 मार्क्स की क्वेश्चन की चॉइस है विद थ्योरेटिकल क्वेश्चन है, 1 न्यूमेरिकल 1 थ्योरेटिकल। क्लीयर हो रही है? पर जिहड़ा सैक्शन ए दे अंदर असीं पढ़िया सीगा पार्ट 1, ਉਹਦੇ ਅੰਦਰ ਜਿਹੜੀ 6 ਮਾਰक्स ਦੀ ਇੰਟਰਨਲ ਚੋਇਸ ਆਣੀ ਹੈ ਉਹ ਦੋਨੋਂ ਥਿਓਰੈਟੀਕਲ ਕੁਐਸਚਨਸ ਹੋਣ, ਦੋਨੋਂ ਨਿਊਮੈਰੀਕਲ ਕੁਐਸਚਨਸ ਹੋਣਗੇ। ਇੱਥੇ ਦੋ ਨਿਊਮੈਰੀਕਲ ਕੁਐਸਚਨਸ ਆਣੇ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਨਿਊਮੈਰੀਕਲ ਅਟੈਂਪਟ ਕਰਨਾ ਹੈ। ਇੱਥੇ ਸਾਡੇ ਕੋਲ ਦੋ ਕੁਐਸਚਨਸ ਆਣੇ ਨੇ 6 ਮਾਰक्स ਦੇ, ਜਿਹਦੇ ਵਿੱਚੋਂ ਇੱਕ ਨਿਊਮੈਰੀਕਲ ਹੋਏਗਾ ਇੱਕ ਥਿਓਰੈਟੀਕਲ ਹੋਏਗਾ। ਅਸੀਂ ਦੋਨਾਂ ਦੇ ਵਿੱਚੋਂ ਕੋਈ ਇੱਕ ਅਟੈਂਪਟ ਕਰਨਾ ਹੈ। क्लीयर हो रही चीज़? वो क्वेश्चन शेयर कैपिटल चो भी हो सकता है, वो क्वेश्चन स्टेटमेंट्स ऑफ फाइनेंशियल स्टेटमेंट एनालिसिस चो भी हो सकता है, वो क्वेश्चन कैश फ्लो स्टेटमेंट चो भी हो सकता है। इत्थे न्यूमेरिकल बेस्ड इंटरनल चॉइस है, इत्थे थ्योरेटिकल बेस्ड इंटरनल चॉइस है। क्लीयर हो रही है? हाँ जी बेटे, जो तुहाडे नाल डिस्कशन हुई सीगी, फिलहाल जो सिलेबस और स्ट्रक्चर ऑफ क्वेश्चन पेपर है ਪ੍ਰਸਕ੍ਰਾਈਬਡ ਬਾਈ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਉਹ ਮੇਰੀ ਤੁਹਾਡੇ ਨਾਲ ਸਾਰੀ ਡਿਸਕਸ਼ਨ ਹੋਈ ਹੈ, ਜਿਹਦੇ ਵਿੱਚ ਕਿਹੜਾ ਕੁਐਸਚਨ ਕਿੰਨੀ ਵੇਟੇਜ ਰੱਖ ਰਿਹਾ, ਕਿਹੜੇ ਚੈਪਟਰ 'ਚੋਂ ਕਿਹੜਾ ਕੁਐਸਚਨ ਕਿੰਨੀ ਵੇਟੇਜ ਰੱਖ ਰਿਹਾ, ਇੰਟਰਨਲ ਚੋਇਸ ਦੇ ਵਿੱਚ ਕਿਹੜੇ ਕੁਐਸਚਨਸ ਆ ਰਹੇ ਨੇ ਔਰ ਇੰਟਰਨਲ ਚੋਇਸ ਵਿਦ ਥਿਓਰੈਟੀਕਲ ਕਿਹੜਾ ਕੁਐਸਚਨ ਆ ਰਿਹਾ। ਠੀਕ ਹੈ ਜੀ? ਜਿਹੜੇ ਲੌਂਗ ਕੁਐਸਚਨਸ ਦੀ ਸਾਨੂੰ ਇੰਟਰਨਲ ਚੋਇਸ ਆਣੀ ਹੈ ਉਹ ਤੁਹਾਡੇ ਨਾਲ ਆਲਰੇਡੀ ਡਿਸਕਸ਼ਨ ਹੋ ਗਈ ਹੈ। ਹੁਣ ਆਪਾਂ ਇਸ ਚੀਜ਼ ਨੂੰ ਬੇਸ ਰੱਖਦੇ ਹੋਏ ਐਗਜ਼ਾਮ ਦਾ ਆਪਾਂ ਕੁਐਸਚਨ ਪੇਪਰ ਡਿਜ਼ਾਈਨ ਕਰਦੇ ਹਾਂ। ਹੁਣ ਐਗਜ਼ਾਮ ਦਾ ਕੁਐਸਚਨ ਪੇਪਰ ਬੇਟੇ ਕਿੱਦਾਂ ਡਿਜ਼ਾਈਨ ਹੋਏਗਾ? ਸਭ ਤੋਂ ਪਹਿਲਾਂ ਸੈਕਸ਼ਨ ਏ, ਤੁਸੀਂ ਦੇਖੋਗੇ ਸਲਾਈਡ ਦੇ ਉੱਪਰ ਸੈਕਸ਼ਨ ਏ। ਸੈਕਸ਼ਨ ਏ ਦੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਇੱਕ ਕੁਐਸਚਨ ਆਏਗਾ ਵੈਰੀ ਸ਼ਾਰਟ ਕੁਐਸਚਨਸ। ਵੈਰੀ ਸ਼ਾਰਟ ਕੁਐਸਚਨ ਜਿਹੜਾ ਪਹਿਲਾ ਕੁਐਸਚਨ ਐਗਜ਼ਾਮ ਦੇ ਵਿੱਚ ਆ ਰਿਹਾ ਹੈ ਉਹ ਕਿਹੜਾ ਕੁਐਸਚਨ ਆ ਰਿਹਾ ਹੈ? ਅਕਾਊਂਟਿੰਗ ਫॉर ਨॉन ਪ੍ਰੋਫਿਟ ਕੰਸਰਨਸ। ਇਹ ਪਹਿਲਾ ਕੁਐਸਚਨ ਹੋਏਗਾ ਜੋ 1 ਮਾਰਕ ਦਾ ਹੋਏਗਾ। ਦੈਨ ਉਸ ਤੋਂ ਬਾਅਦ ਫਿਰ 1 ਮਾਰਕ ਦਾ ਇੱਕ ਕੁਐਸਚਨ ਆਏਗਾ ਜੋ ਤੁਹਾਡੇ ਨਾਲ ਡਿਸਕਸ਼ਨ ਹੋਈ ਸੀ, ਔਰ ਉਹ 1 ਮਾਰਕ ਦਾ ਕੁਐਸਚਨ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਹੋਏਗਾ। ਫਿਰ ਕੁਐਸਚਨ ਨੰਬਰ ਫਸਟ ਦੇ 3 ਪਾਰਟਸ ਨੇ। ਮਤਲਬ ਕੀ ਆ ਹੋ ਗਿਆ ਕਿ ਜਿਹੜਾ 1 ਮਾਰਕ ਕੁਐਸਚਨ ਹੈ, ਇਹਦੇ 3 ਪਾਰਟਸ ਹੈ। ਤੁਸੀਂ ਪੀਪੀਟੀ ਸਲਾਈਡ ਦੇ ਵਿੱਚ ਦੇਖ ਰਹੇ ਹੋ 1 ਮਾਰਕ ਕੁਐਸਚਨ ਦੇ 3 ਪਾਰਟਸ ਹੈ। ਪਹਿਲਾ 1 ਮਾਰਕ ਕੁਐਸਚਨ ਅਕਾਊਂਟਿੰਗ ਫॉर ਨॉन ਪ੍ਰੋਫਿਟ ਕੰਸਰਨਸ, ਔਰ ਅਗਲੇ ਜਿਹੜੇ ਦੋ 1 ਮਾਰਕ ਕੁਐਸਚਨ ਆ ਰਹੇ ਨੇ, ਕੁਐਸਚਨ ਨੰਬਰ 1 ਦਾ ਹੀ ਸੈਕਿੰਡ ਪਾਰਟ ਔਰ ਥਰਡ ਪਾਰਟ, ਉਹ ਇਹ ਤਿੰਨਾਂ ਦੇ ਵਿੱਚੋਂ ਕੋਈ 2 ਕੁਐਸਚਨਸ ਹੋਣਗੇ। ਮਤਲਬ ਇਹ ਹੋ ਗਿਆ ਕਿ ਜਿਹੜਾ 1 ਮਾਰਕ ਕੁਐਸਚਨ ਹੈ, 1 ਮਾਰਕਸ ਵਾਲੇ ਕੁਐਸਚਨ ਹੈ, ਉਹ ਐਗਜ਼ਾਮ ਦੇ ਵਿੱਚ ਕਿੰਨੀ ਕਵਰੇਜ ਕਰ ਰਹੇ ਹੈ ਟੋਟਲ? ਉਹ 3 ਮਾਰਕਸ ਦੀ ਕਵਰੇਜ ਕਰ ਰਹੇ ਹੈ ਸੈਕਸ਼ਨ ਏ 'ਚ। ਠੀਕ ਹੈ ਜੀ? ਸੈਕਸ਼ਨ ਏ 'ਚ 1 ਮਾਰਕ ਕੁਐਸਚਨ 3 ਮਾਰਕਸ ਦੀ ਟੋਟਲ ਕਵਰੇਜ ਕਰਨਗੇ। ਦੈਨ ਉਸ ਤੋਂ ਬਾਅਦ 2 ਮਾਰਕਸ ਦੇ ਕੁਐਸਚਨ ਦੇ ਉੱਪਰ ਆਈਏ। 2 ਮਾਰਕਸ ਦਾ ਕੁਐਸਚਨ ਨੂੰ ਆਪਾਂ ਸ਼ਾਰਟ ਕੁਐਸਚਨਸ ਬੋਲਾਂਗੇ, ਈਚ ਕੈਰੀਜ਼ 2 ਮਾਰਕਸ। ਇਹਦੇ ਵਿੱਚ ਫਸਟ ਕੁਐਸਚਨ ਮਤਲਬ ਜਿਹੜਾ ਸੈਕਿੰਡ ਕੁਐਸਚਨ ਆਏਗਾ, ਜਿਹੜਾ ਇੱਕ ਕੁਐਸਚਨ ਨॉन ਪ੍ਰੋਫਿਟ ਕੰਸਰਨ 'ਚੋਂ ਆਉਣਾ ਹੈ, ਉਹ ਐਗਜ਼ਾਮ ਦਾ ਸੈਕਿੰਡ ਕੁਐਸਚਨ ਹੋਏਗਾ। ਸਾਡੀ ਐਕਸਪੈਕਟੇਸ਼ਨ ਹੈ ਕਿ ਐਗਜ਼ਾਮ ਦਾ ਸੈਕਿੰਡ ਕੁਐਸਚਨ ਜੋ ਹੋਏਗਾ, ਕਿਉਂਕਿ ਫਸਟ ਕੁਐਸਚਨ ਦੇ ਤਾਂ 3 ਪਾਰਟਸ ਹੋ ਗਏ, 1 ਮਾਰਕ ਦੇ ਹੋ ਗਏ, ਸੈਕਿੰਡ ਕੁਐਸਚਨ ਜੋ ਹੋਏਗਾ ਇੰਡੀਪੈਂਡੈਂਟਲੀ ਸੈਕਿੰਡ 2 ਮਾਰਕਸ ਦਾ ਆ ਰਿਹਾ, ਔਰ ਨॉन ਪ੍ਰੋਫਿਟ ਦੇ ਵਿੱਚੋਂ ਇੱਕ ਕੁਐਸਚਨ ਇਹਨਾਂ ਨੂੰ ਡਾਲਣਾ ਪਏਗਾ, ਔਰ ਇੱਕ ਕੁਐਸਚਨ ਇਹ ਡਾਲਣਗੇ ਜੋ ਐਗਜ਼ਾਮ ਦਾ ਕੁਐਸਚਨ ਨੰਬਰ 3 ਹੋਏਗਾ, ਔਰ ਉਹ ਕੁਐਸਚਨ ਜਿਹੜਾ ਡਾਲਣਗੇ ਪਾਰਟਨਰਸ਼ਿਪ ਅਕਾਊਂਟਿੰਗ ਦੇ ਵਿੱਚੋਂ, ਜਿਹਦੇ ਵਿੱਚ ਫੰਡਾਮੈਂਟਲਸ ਦੀ ਔਰ ਬੇਸਿਕਸ ਆਫ ਪਾਰਟਨਰਸ਼ਿਪ ਦੀ ਡਿਸਕਸ਼ਨ ਹੋਏਗੀ। ਫਿਰ ਕੁਐਸਚਨ ਫਸਟ ਹੋ ਗਿਆ, ਸੈਕਿੰਡ ਹੋ ਗਿਆ, ਦੈਨ ਥਰਡ ਹੋ ਗਿਆ, फोर्थ क्वेश्चन एग्जाम ਦੇ ਵਿੱਚ ਕਿਹੜਾ ਆ ਰਿਹਾ 2 ਮਾਰਕਸ ਦਾ। ਉਹ ਕਿਹੜਾ ਕੁਐਸਚਨ ਹੋਏਗਾ? ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ, ਜਿਹੜਾ ਐਡਮਿਸ਼ਨ, ਰਿਟਾਇਰਮੈਂਟ, ਡੈਥ ਜਾਂ ਵੈਲੂਏਸ਼ਨ ਆਫ ਗੁੱਡਵਿਲ ਜਾਂ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਨ ਬਿਟਵੀਨ ਐਗਜ਼ਿਸਟਿੰਗ ਪਾਰਟਨਰਸ, ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਹੋਏਗਾ। ਦੈਨ ਉਸ ਤੋਂ ਬਾਅਦ ਜਿਹੜਾ ਇੱਕ ਹੋਰ 2 ਮਾਰਕਸ ਦਾ ਕੁਐਸਚਨ ਆਣਾ ਹੈ, ਉਹ ਕਿਹਦੇ ਵਿੱਚ ਹੋਏਗਾ? ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ। ਮਤਲਬ ਇਹ ਹੋ ਗਿਆ ਕਿ 2 ਮਾਰਕਸ ਦੇ ਕੁਐਸਚਨ ਸੈਕਸ਼ਨ ਏ 'ਚ ਕਿੰਨੀ ਕਵਰੇਜ ਕਰ ਰਹੇ ਹੈ? 1 2 3 4 और टोटल मतलब हो गया 8 मार्क्स की कवरेज कर रहे हैं जी 2 मार्क्स के क्वेश्चन। और ये दोनों वैरी शॉर्ट क्वेश्चंस और शॉर्ट क्वेश्चंस 1 मार्क क्वेश्चन और 2 मार्क्स के क्वेश्चंस जोड़े होंगे ये कंपलसरी होंगे, इन्हां दे विच कोई भी चॉइस नहीं होएगी। दैन उस तो बाद आप 4 मार्क्स के क्वेश्चंस दे विच आइए। 4 मार्क्स के क्वेश्चंस जोड़े सानू एग्जाम दे विच आने ने वो बेटे क्वेश्चन नंबर 6 होएगा। एग्जाम दे विच जिहड़ा क्वेश्चन नंबर 6 होएगा साडा, फर्स्ट क्वेश्चन है हो गया, सैकेंड, थर्ड, फोर्थ, 5th, दैन 6th क्वेश्चन ਜਿਹੜੇ 4 ਮਾਰਕਸ ਦੇ ਕੁਐਸਚਨ ਨੇ, ਔਰ 4 ਮਾਰਕਸ ਦੇ ਸਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਣੇ ਨੇ ਸੈਕਸ਼ਨ ਏ ਦੇ ਅੰਦਰ 4 ਕੁਐਸਚਨਸ, ਔਰ ਇਹ 4 ਕੁਐਸਚਨਸ ਦੇ ਵਿੱਚੋਂ ਸਾਨੂੰ ਕੋਈ ਵੀ 3 ਕੁਐਸਚਨ ਅਟੈਂਪਟ ਕਰਨੇ ਹੋਣਗੇ। ਮਤਲਬ ਕੁਐਸਚਨਸ ਬੇਸਡ ਚੋਇਸ ਆ ਰਹੀ ਹੈ, ਕੁਐਸਚਨਸ ਬੇਸਡ।
इंटरनल चॉइस नहीं है। क्लियर हो रही है? मतलब है हो गया फोर्थ क्वेश्चन का फर्स्ट पार्ट, सेकंड पार्ट, थर्ड पार्ट और दिस वन इज फोर्थ पार्ट, जिन्हां विचों सानू कोई भी 3 क्वेश्चन अटैम्प्ट करने ने और वो 3 क्वेश्चन कोई भी तुसी अटैम्प्ट कर सकते हो, नॉन प्रॉफिट, पार्टनरशिप अकाउंटिंग, रिकॉन्स्टिट्यूशन और डिसोल्यूशन। हुण 3 क्वेश्चंस मतलब कितनी कवरेज कर रहे हैं एग्जाम दे विच 12 मार्क्स की। दैन उस तो बाद 6 मार्क्स का लॉन्ग क्वेश्चन आना है, वो तुसी देखोगे एग्जाम का क्वेश्चन नंबर होएगा 7th। एग्जाम का क्वेश्चन नंबर 7th, फर्स्ट क्वेश्चन 3 पार्ट्स, सेकंड, थर्ड, फोर्थ, फिफ्थ, दैन उस तो बाद 6th क्वेश्चन 4 मार्क्स वाला। हाँ जी बेटे, जो 7th क्वेश्चन होएगा वो अपना लॉन्ग क्वेश्चन होएगा, ਜਿਹੜਾ इंटरनल चॉइस विद न्यूमेरिकल इंटरनल चॉइस ਦੇ ਨਾਲ ਆਣਾ ਹੈ। और 7th क्वेश्चन ਦੇ ਵਿੱਚੋਂ ਆਪਾਂ ਕੋਈ ਵੀ 2 ਕੁਐਸਚਨਸ ਦੇ ਵਿੱਚੋਂ ਇੱਕ ਕੁਐਸਚਨ ਅਟੈਂਪਟ ਕਰਨਾ ਹੈ। ਇਹਦਾ ਮਤਲਬ ਇਹ ਐਗਜ਼ਾਮ ਦੇ ਵਿੱਚ ਵੇਟੇਜ ਕਿੰਨੀ ਰੱਖ ਰਿਹਾ ਹੈ? 6 ਮਾਰਕਸ ਦੀ। ਇਹਦਾ ਮਤਲਬ ਹੋ ਗਿਆ ਕਿ ਜਿਹੜਾ ਸਾਡਾ ਸੈਕਸ਼ਨ ਏ ਹੈ, ਸੈਕਸ਼ਨ ਏ ਦਾ ਜਿਹੜਾ ਪਾਰਟ 1 ਹੋਏਗਾ, मतलब कि सैक्शन ए ਦੇ ਅੰਦਰ ਪਾਰਟ 1 ਹੀ ਹੈ, ਔਰ ਪਾਰਟ 1 ਸਾਡਾ ਬੇਸਿਕਲੀ ਕਿੰਨੀ ਕਵਰੇਜ ਕਰ ਰਿਹਾ ਹੈ? 1 ਮਾਰਕ ਦੇ 3 ਕੁਐਸਚਨ, 3 ਮਾਰਕਸ, 2 ਮਾਰਕਸ ਤੇ ਸਾਡੇ ਕੋਲ 4 ਕੁਐਸਚਨ, ਇਹ ਕੰਪਲਸਰੀ ਨੇਚਰ ਹੋਣਗੇ ਦੋਨੋਂ ਕੁਐਸਚਨਸ। 8 ਨੰਬਰ, 8 ਤੇ 3 11। ਦੈਨ ਉਸ ਤੋਂ ਬਾਅਦ 4 ਨੰਬਰ ਦੇ ਸਾਨੂੰ ਐਗਜ਼ਾਮ ਦੇ ਵਿੱਚ 4 ਕੁਐਸਚਨ ਆਣੇ ਨੇ, ਜਿਹਦੇ ਚੋਂ ਅਸੀਂ ਕੋਈ 3 ਅਟੈਂਪਟ ਕਰਨੇ ਆ, ਔਰ ਇਹ 12 ਨੰਬਰ ਹੋ ਗਏ। ਦੈਨ ਉਸ ਤੋਂ ਬਾਅਦ 6 ਨੰਬਰ ਦੇ ਸਾਡੇ ਕੋਲ 2 ਕੁਐਸਚਨ ਆਣੇ ਆ, ਉਹਦੇ ਵਿੱਚੋਂ ਕੋਈ ਆਪਾਂ ਇੱਕ ਅਟੈਂਪਟ ਕਰਨੇ। ਇਹਦਾ ਮਤਲਬ 12 + 8 अपना 20 ਤੇ 26 ਤੇ 3 ਹੋ ਗਿਆ ਜੀ 29। ਬੇਟੇ 29 ਮਾਰਕਸ ਦਾ ਸਾਡਾ ਸੈਕਸ਼ਨ A ਕਵਰੇਜ ਹੋਏਗਾ, ਜੋ ਐਗਜ਼ਾਮ ਦੇ ਵਿੱਚ ਸਾਨੂੰ ਅਟੈਂਪਟ ਕਰਕੇ ਆਉਣਾ ਹੈ। ਸਾਨੂੰ 29 ਮਾਰਕਸ ਦੀ ਵੇਟੇਜ ਸੈਕਸ਼ਨ A ਦੇਗਾ ਉੱਥੇ। ਕਲੀਅਰ ਹੋ ਰਹੀ ਹੈ ਚੀਜ਼? ਦੈਨ ਉਸ ਤੋਂ ਬਾਅਦ ਆਪਾਂ ਆਈਏ ਸੈਕਸ਼ਨ B ਦੇ ਉੱਪਰ। ਸੈਕਸ਼ਨ B ਦੇ ਉੱਪਰ ਤੁਸੀਂ ਦੇਖ ਰਹੇ ਹੋਵੋਗੇ PPT ਸਲਾਈਡਸ ਦੇ ਅੰਦਰ ਕਿ ਆਪਣਾ ਸੈਕਸ਼ਨ B ਦਾ ਜਿਹੜਾ ਕੁਐਸਚਨ ਸਟਾਰਟ ਹੋਏਗਾ ਉਹ ਕੁਐਸਚਨ ਨੰਬਰ 8 ਤੋਂ ਸਟਾਰਟ ਹੋਏਗਾ, ਕਿਉਂਕਿ ਪਹਿਲੇ 7 ਕੁਐਸਚਨ ਤਾਂ ਉੱਧਰ ਹੀ ਹੋ ਗਏ। ਕੁਐਸਚਨ ਨੰਬਰ 8 ਜਿਹੜੇ 1 ਮਾਰਕ ਦੇ ਆਪਾਂ ਨੂੰ ਕੁਐਸਚਨ ਆਣੇ ਆ, ਕੰਪਲਸਰੀ ਨੇਚਰ ਨੇ। 1 ਮਾਰਕ ਦਾ ਇੱਕ ਕੁਐਸਚਨ ਸ਼ੇਅਰ ਕੈਪੀਟਲ ਡਿਬੈਂਚਰਸ ਚੋਂ, ਔਰ ਇੱਕ ਕੁਐਸਚਨ ਐਨਾਲਿਸਿਸ ਆਫ ਫਾਈਨੈਂਸ਼ੀਅਲ ਸਟੇਟਮੈਂਟਸ ਚੋਂ, ਔਰ ਇੱਕ ਕੁਐਸਚਨ ਕੈਸ਼ ਫਲੋ ਸਟੇਟਮੈਂਟ ਚੋਂ। ਇਹਦਾ ਮਤਲਬ ਤਿੰਨੋਂ ਕੁਐਸਚਨ ਸਾਨੂੰ ਅਟੈਂਪਟ ਕਰਨੇ ਹੈ, ਜਿਹਦੇ ਅੰਦਰ ਕੋਈ ਵੀ ਚੋਇਸ ਨਹੀਂ ਹੈ। 3 ਮਾਰਕਸ ਦੀ ਵੇਟੇਜ ਹੈ ਹੋਏਗੀ, 3 ਮਾਰਕਸ ਸਾਡੇ ਇਧਰੋਂ ਕਵਰ ਹੋਣਗੇ। ਦੈਨ ਉਸ ਤੋਂ ਬਾਅਦ 2 ਮਾਰਕਸ ਤੇ ਜਿਹੜੇ ਸਾਨੂੰ 2 ਕੁਐਸਚਨ ਆਣੇ ਹੈ, ਠੀਕ ਹੈ, 2 ਮਾਰਕਸ ਤੇ ਜਿਹੜੇ ਸਾਨੂੰ 2 ਕੁਐਸਚਨ ਆਣੇ ਹੈ, ਔਰ ਇਹਨਾਂ ਦੇ ਵਿੱਚ ਵੀ ਕੋਈ ਵੀ ਚੋਇਸ ਨਹੀਂ ਹੈ। ਇਹ ਦੋਨੋਂ ਕੁਐਸਚਨ ਕੰਪਲਸਰੀ ਨੇਚਰ ਹੋਣਗੇ। ਇਹ ਵੀ ਸਾਨੂੰ ਕਿੰਨੀ ਕਵਰੇਜ ਕਰ ਰਹੇ ਐਗਜ਼ਾਮ ਦੇ ਅੰਦਰ? 4 ਮਾਰਕਸ ਦੀ। ਠੀਕ ਹੈ, ਮਤਲਬ ਇਹ ਹੋ ਗਿਆ ਕਿ ਕੁਐਸਚਨ ਨੰਬਰ 8 ਜੋ ਹੋਏਗਾ ਉਹਦੇ 3 ਪਾਰਟਸ ਹੋਣਗੇ। 1 ਮਾਰਕ ਦੇ ਕੁਐਸਚਨ ਦੇ ਕੁਐਸਚਨ ਨੰਬਰ 8 ਦੇ 3 ਪਾਰਟਸ ਹੋਣਗੇ, ਮਤਲਬ ਕਿ ਫਸਟ ਪਾਰਟ, ਸੈਕੰਡ ਪਾਰਟ ਔਰ ਥਰਡ ਪਾਰਟ, ਜਾਂ A B C ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। A B C 3 ਪਾਰਟ ਹੋਣਗੇ ਕੁਐਸਚਨ ਨੰਬਰ 8 ਦੇ। ਕਲੀਅਰ ਹੋ ਰਹੀ ਹੈ? ਔਰ 8th ਕੁਐਸਚਨ ਤੋਂ ਬਾਅਦ ਜਿਹੜਾ ਸਾਡਾ 9th ਕੁਐਸਚਨ ਹੋਏਗਾ ਉਹ 2 ਮਾਰਕਸ ਦਾ ਕੁਐਸਚਨ ਹੋਏਗਾ। 10th ਕੁਐਸਚਨ ਜਿਹੜਾ ਹੋਏਗਾ ਉਹ 2 ਮਾਰਕਸ ਦਾ ਕੁਐਸਚਨ ਹੋਏਗਾ। ਔਰ 9ਵੇਂ 10ਵੇਂ ਔਰ 8ਵੇਂ ਆਪਾਂ ਤਿੰਨਾਂ ਨੂੰ ਇਹ ਕੰਪਲਸਰੀ ਅਟੈਂਪਟ ਕਰਨਾ ਹੈ। ਦੈਨ ਉਸ ਤੋਂ ਬਾਅਦ ਆਪਾਂ 4 ਮਾਰਕਸ ਦੇ ਕੁਐਸਚਨ ਦੇ ਉੱਪਰ ਆਈਏ। 4 ਮਾਰਕਸ ਦੇ ਕੁਐਸਚਨ ਦੇ ਵਿੱਚ ਸਾਡਾ ਕੀ ਹੋਏਗਾ ਕਿ ਸਾਨੂੰ ਐਗਜ਼ਾਮ ਦੇ ਵਿੱਚ 3 ਕੁਐਸਚਨ ਆਣੇ ਨੇ, ਇੱਕ ਨॉन ਪ੍ਰੋਫਿਟ ਦੇ, ਇੱਕ ਸ਼ੇਅਰ ਕੈਪੀਟਲ ਦੇ ਵਿੱਚੋਂ, ਇੱਕ ਤੁਹਾਡਾ ਹੋ ਗਿਆ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚੋਂ, ਇੱਕ ਤੁਹਾਡਾ ਹੋ ਗਿਆ ਕੈਸ਼ ਫਲੋ ਸਟੇਟਮੈਂਟ ਦੇ ਵਿੱਚੋਂ। ਇੱਕ ਕੁਐਸਚਨ ਬੇਸਡ ਫਿਰ ਚੋਇਸ ਆਏਗੀ, ਜਸਟ ਲਾਈਕ ਇਹ ਸੈਕਸ਼ਨ A, ਜਿੱਦਾਂ ਸੈਕਸ਼ਨ A ਦੇ ਅੰਦਰ 4 ਕੁਐਸਚਨ ਆਏ ਸੀਗੇ, ਸਾਨੂੰ 3 ਅਟੈਂਪਟ ਕਰਨੇ ਸੀਗੇ 4 ਨੰਬਰ ਦੇ, ਉਦਾਂ ਹੀ ਇਹ ਜਿਹੜਾ ਸੈਕਸ਼ਨ B ਹੋਏਗਾ ਉਹਦਾ ਜਿਹੜਾ ਪਾਰਟ 2 ਹੋਏਗਾ ਉਹਦੇ ਅੰਦਰ 3 ਕੁਐਸਚਨ ਆਣੇ ਨੇ, ਇਹਨਾਂ ਚੋਂ ਅਸੀਂ ਕੋਈ 2 ਅਟੈਂਪਟ ਕਰਨੇ ਹੈ। ਇਹਦਾ ਮਤਲਬ ਇਹ ਕਵਰੇਜ ਕਿੰਨੀ ਕਰ ਰਿਹਾ ਹੈ? 8 ਮਾਰਕਸ ਦੀ, ਕਿਉਂਕਿ ਆਪਾਂ ਨੂੰ 2 ਕੁਐਸਚਨ ਅਟੈਂਪਟ ਕਰਨੇ ਹੈ। ਔਰ ਇਹ ਸਾਡਾ ਐਗਜ਼ਾਮ ਦਾ ਕੁਐਸਚਨ ਨੰਬਰ ਕਿੰਨਾ ਹੋਏਗਾ? 11th ਕੁਐਸਚਨ, ਜਿਹਦਾ ਫਸਟ ਪਾਰਟ, ਸੈਕੰਡ ਪਾਰਟ ਔਰ ਥਰਡ ਪਾਰਟ ਇੱਦਾਂ ਬਣ ਕੇ ਆਏਗਾ। ਸਾਨੂੰ ਕੋਈ ਵੀ 2 ਅਟੈਂਪਟ ਕਰਨੇ। ਫਾਈਨਲੀ ਜਿਹੜਾ ਐਗਜ਼ਾਮ ਦਾ ਲਾਸਟ ਕੁਐਸਚਨ ਹੋਏਗਾ, ਪਾਰਟ 2 ਦਾ ਜਿਹੜਾ ਕੁਐਸਚਨ ਹੋਏਗਾ ਉਹ ਹੋਏਗਾ 12th ਨੰਬਰ ਕੁਐਸਚਨ, ਜੋ ਲੌਂਗ ਕੁਐਸਚਨ ਹੋਏਗਾ ਔਰ 6 ਮਾਰਕਸ ਦੀ ਵੇਟੇਜ ਹੋਏਗੀ। ਇਹਦਾ ਮਤਲਬ 6 ਮਾਰਕਸ ਦੀ ਵੇਟੇਜ ਵਾਲਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ। ਇੰਟਰਨਲ ਚੋਇਸ ਬੇਸਡ ਕੁਐਸਚਨ ਹੋਏਗਾ ਵਿਦ ਥਿਓਰੈਟੀਕਲ, ਇੱਕ ਨੂਮੈਰੀਕਲ, ਇੱਕ ਥਿਓਰੈਟੀਕਲ, ਆਪਾਂ ਦੋਨਾਂ ਵਿੱਚੋਂ ਕੋਈ ਇੱਕ ਕੁਐਸਚਨ ਅਟੈਂਪਟ ਕਰਨਾ ਹੈ। ਇਹਦਾ ਮਤਲਬ ਇਹ ਕਿੰਨੀ ਕਵਰੇਜ ਕਰ ਰਿਹਾ ਹੈ? 6 ਮਾਰਕਸ ਦੀ। ਤੁਸੀਂ ਇਹ ਦੇਖੋਗੇ ਕਿ ਜਿਹੜਾ ਸੈਕਸ਼ਨ B ਹੈ ਉਹ ਟੋਟਲ ਕਿੰਨੀ ਕਵਰੇਜ ਕਰ ਰਿਹਾ ਹੈ? 8 + 6 14, 14 + 4 ਹੋ ਗਿਆ ਆਪਣਾ 18, 18 ਤੇ 3 ਕਿੰਨਾ ਹੋ ਗਿਆ ਬੇਟੇ? 21। ਇਹਦਾ ਮਤਲਬ ਟੋਟਲ ਜਿਹੜਾ ਸਾਨੂੰ 50 ਨੰਬਰ ਦਾ ਪੇਪਰ ਆਣਾ ਹੈ, ਜਿਹੜਾ ਸਾਡਾ ਟੋਟਲ 50 ਮਾਰਕਸ ਦਾ ਪੇਪਰ ਹੋਏਗਾ, ਉਹਦੇ ਵਿੱਚੋਂ 29 ਮਾਰਕਸ ਦਾ ਜੋ ਹੋਏਗਾ ਉਹ ਸੈਕਸ਼ਨ A ਹੋਏਗਾ, ਔਰ 21 ਮਾਰਕਸ ਤੱਕ ਜਿਹੜਾ ਹੋਏਗਾ ਉਹ ਕੀ ਕਵਰੇਜ ਕਰੇਗਾ? ਸੈਕਸ਼ਨ B। ਹਾਂਜੀ ਬੱਚਿਓ, ਜੋ ਹੁਣੇ ਤੁਹਾਡੇ ਨਾਲ ਡਿਸਕਸ਼ਨ ਹੋਈ ਹੈ
ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਦੇ ਲਈ ਰੈਲੀਵੈਂਟ ਸੀ। ਉਹਦੇ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਕੁਐਸਚਨ ਪੇਪਰ ਦਾ ਸਟਰਕਚਰ ਕੀ ਹੋਏਗਾ ਔਰ ਐਜ਼ ਵੈਲ ਐਜ਼ ਕੁਐਸਚਨ ਪੇਪਰ ਜੋ ਡਿਜ਼ਾਈਨ ਕੀਤਾ ਜਾਏਗਾ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾਏਗਾ। ਦੇਖੋ, ਕੁਐਸਚਨ ਪੇਪਰ ਨੂੰ ਕਰਨ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਕੁਐਸਚਨ ਪੇਪਰ ਦੀ ਇਮੇਜ ਹੋਣੀ ਚਾਹੀਦੀ ਹੈ। ਉਹ ਜਿਵੇਂ ਕਹਿੰਦੇ ਨੇ, ਲੜਾਈ ਲੜਨ ਤੋਂ ਪਹਿਲਾਂ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੈ ਕਿ ਦੁਸ਼ਮਣ ਦੇ ਕੋਲ ਕਿੰਨੇ ਕੁ ਵਾਰ ਹੈਗੇ ਹੈ, ਤਾਂ ਉਸ ਹਿਸਾਬ ਦੇ ਨਾਲ ਆਪਾਂ ਪ੍ਰਿਪੇਅਰ ਹੋਵਾਂਗੇ। ਸਾਡਾ ਦਿਮਾਗ ਪਹਿਲਾਂ ਸੈਟਅਪ ਹੋਣਾ ਚਾਹੀਦਾ ਹੈ ਕਿ ਐਗਜ਼ਾਮ ਦੇ ਵਿੱਚ ਕਿੰਨੇ ਕੁਐਸਚਨ ਆਣੇ ਨੇ ਔਰ ਸਾਨੂੰ ਕਿਹੜਾ ਕੁਐਸਚਨ ਕਿਸ ਤਰੀਕੇ ਦੇ ਨਾਲ ਔਰ ਕਿੰਨੀ ਲਾਈਨਸ ਦੇ ਵਿੱਚ ਔਰ ਕਿੰਨੀ ਉਹਨੂੰ ਆਪਾਂ ਵੇਟੇਜ ਦੇ ਕੇ ਆਪਾਂ ਉਹ ਕੁਐਸਚਨ ਨੂੰ ਅਟੈਂਪਟ ਕਰਨ ਲੱਗੇ ਆ। ਫਿਲਹਾਲ ਆਪਾਂ ਨੈਕਸਟ ਡਿਸਕਸ਼ਨ ਜਿਹੜੀ ਕਰਾਂਗੇ ਉਹ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਦੇ ਬੱਚਿਆਂ ਵਾਸਤੇ ਕਰਾਂਗੇ ਕਿ ਉਹਨਾਂ ਦਾ ਕੁਐਸਚਨ ਪੇਪਰ ਕਿੱਦਾਂ ਡਿਜ਼ਾਈਨ ਹੋਏਗਾ ਔਰ ਉਹਨਾਂ ਦਾ ਕੁਐਸਚਨ ਪੇਪਰ ਦਾ ਕੀ ਸਟਰਕਚਰ ਹੋਏਗਾ, ਕਿਹੜੇ ਚੈਪਟਰਸ ਔਰ ਕਿਹੜੇ ਯੂਨਿਟਸ ਕਿੰਨੇ ਮਾਰਕਸ ਦੀ ਵੇਟੇਜ ਰੱਖ ਰਹੇ ਨੇ। ਹਾਂਜੀ ਬੱਚਿਓ, ਹੁਣ ਅਸੀਂ ਡਿਸਕਸ ਕਰਦੇ ਹਾਂ ਸਿਲੇਬਸ ਆਫ CBSE। ਜੋ +2 ਅਕਾਊਂਟੈਂਸੀ ਦਾ ਸਿਲੇਬਸ CBSE ਦੇ ਬੱਚਿਆਂ ਵਾਸਤੇ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਨੇ ਪਬਲਿਸ਼ ਕੀਤਾ ਹੈ, ਉਸ ਸਿਲੇਬਸ ਦੀ ਆਪਾਂ ਥੋੜੀ ਜਿਹੀ ਡਿਸਕਸ਼ਨ ਕਰਦੇ ਹਾਂ ਜੋ CBSE ਦੇ ਬੱਚਿਆਂ ਦੇ ਲਈ ਰੈਲੀਵੈਂਟ ਹੋਏਗੀ। ਦੇਖੋ, ਜੋ +2 ਅਕਾਊਂਟੈਂਸੀ ਦਾ ਸਾਰਾ ਸਿਲੇਬਸ ਹੈ, ਬੇਸਿਕਲੀ ਇਹ ਪੂਰਾ ਜੋ ਐਗਜ਼ਾਮ ਹੋਏਗਾ, ਜੋ ਕੁਐਸਚਨ ਪੇਪਰ ਹੋਏਗਾ, ਉਹ ਮੈਕਸਿਮਮ ਮਾਰਕਸ 80 ਮਾਰਕਸ ਦੀ ਕਵਰੇਜ ਕਰੇਗਾ ਔਰ 80 ਮਾਰਕਸ ਦੇ ਵਿੱਚੋਂ देयर आर 2 पार्ट्स, मतलब बेसिकली देयर आर 3 पार्ट्स इन क्वेश्चन पेपर। ਉਹਦੇ ਵਿੱਚੋਂ ਜਿਹੜਾ ਪਾਰਟ A ਹੋਏਗਾ ਉਹ 60 ਮਾਰਕਸ ਦੀ ਕਵਰੇਜ ਕਰੇਗਾ ਔਰ ਇਹ ਪਾਰਟ ਸਾਨੂੰ ਕੰਪਲਸਰੀ ਹੈ ਜਿਹੜਾ ਅਟੈਂਪਟ ਕਰਨਾ ਹੀ ਕਰਨਾ। ਔਰ ਰੈਸਟ ਆਫ 2 ਪਾਰਟਸ ਜਿਹੜੇ ਨੇ, ਪਾਰਟ B ਔਰ ਪਾਰਟ C, ਇਹਨਾਂ ਦੋਨਾਂ ਦੇ ਵਿੱਚ ਇੱਕ ਆਪਸ਼ਨ ਹੋਏਗੀ, ਜਾਂ ਤਾਂ ਅਸੀਂ ਪਾਰਟ B ਨੂੰ ਅਟੈਂਪਟ ਕਰ ਲਈਏ ਜਾਂ ਅਸੀਂ ਪਾਰਟ C ਨੂੰ ਅਟੈਂਪਟ ਕਰ ਲਈਏ। ਜਿਹੜਾ ਵੀ ਅਸੀਂ ਦੋਨਾਂ ਚੋਂ ਪਾਰਟ ਅਟੈਂਪਟ ਕਰਾਂਗੇ ਉਹ 20 ਮਾਰਕਸ ਦੀ ਵੇਟੇਜ ਕਵਰ ਕਰੇਗਾ। मतलब ये हो गया कि टोटल 80 मार्क्स का जो साढ़े सामने क्वेश्चन पेपर आना है और उस 80 मार्क्स के विचों 60 मार्क्स की कवरेज करेगा पार्ट A और 20 मार्क्स की कवरेज करेगा पार्ट B और पार्ट C। और पार्ट B और पार्ट C दोनों ऑप्शनल ने, दोनों के विचों सानू कोई एक पार्ट नू अटैम्प्ट करना होएगा। ठीक है जी। पार्ट A कंपलसरी इन नेचर। अच्छा, पार्ट A दे 60 मार्क्स मतलब मैक्सिमम वर्थ जो रख रहे हैं वो पार्ट A। पार्ट A दे 60 मार्क्स के अंदर की कवर्ड होएगा। देयर आर 2 यूनिट्स, यूनिट 1 एंड यूनिट 2। आउट ऑफ 60 मार्क्स यूनिट 1 कवर्ड करेगा 35 मार्क्स और आउट ऑफ 60 मार्क्स यूनिट 2 की कवरेज होएगी 25 मार्क्स। हुण जिहड़े 35 मार्क्स की वेटेज है जो एग्जाम दे विच आनी है, ਉਹਦੇ ਵਿੱਚ ਆਪਾਂ ਸਿੰਪਲੀਫਾਈਡ ਲੈਂਗੁਏਜ ਦੇ ਵਿੱਚ ਜਾਂ ਵਰਡ ਦੇ ਵਿੱਚ ਬੋਲ ਦਈਏ ਤਾਂ 35 ਨੰਬਰ ਦੀ ਸਾਨੂੰ ਐਗਜ਼ਾਮ ਦੇ ਵਿੱਚ ਪਾਰਟਨਰਸ਼ਿਪ ਅਕਾਊਂਟਿੰਗ ਆਣੀ ਹੈ, ਜਿਹਦੇ ਅੰਦਰ ਪਾਰਟਨਰਸ਼ਿਪ ਦੇ ਫੰਡਾਮੈਂਟਲਸ, ਜਿਹਦੇ ਅੰਦਰ ਵੈल्यूएशन ऑफ गुडविल, ਜਿਹਦੇ ਅੰਦਰ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਔਰ ਐਡਮਿਸ਼ਨ, ਰਿਟਾਇਰਮੈਂਟ, ਡੈਥ ਆਫ ਪਾਰਟਨਰ ਐਜ਼ ਵੈਲ ਐਜ਼ ਡਿਸੋਲੂਸ਼ਨ ਆਫ ਪਾਰਟਨਰ। मतलब आप ये कह सकते हैं कि 35 मार्क्स की सानू सारी पार्टनरशिप की कवरेज हो रही है आउट ऑफ 60 मार्क्स कवर्ड इन पार्ट ए। अच्छा, हुण ਇਹਦੇ ਅੰਦਰ ਜੋ ਆਪਾਂ ਪ੍ਰੀਵੀਅਸ ਵੀ ਡਿਸਕਸ਼ਨ ਕੀਤੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਦੇ ਲਈ, ਜਿਹੜਾ ਇਹ ਵਾਲਾ ਸਾਰਾ ਪਾਰਟ ਹੋਏਗਾ ਬੇਟੇ, ਵੈल्यूएशन ਆਫ ਗੁੱਡਵਿਲ ਤੋਂ ਲੈ ਕੇ ਰਿਟਾਇਰਮੈਂਟ ਔਰ ਡੈਥ ਤੱਕ, ਇਹ ਵਾਲਾ ਸਾਰਾ ਪਾਰਟ ਜੋ ਹੋਏਗਾ ਇਹਨੂੰ ਆਪਾਂ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਬੋਲ ਸਕਦੇ ਹਾਂ। ਐਜ਼ ਪਰ ਪ੍ਰੀਵੀਅਸ ਡਿਸਕਸ਼ਨ दिस वन इज नोन एज द रिकॉन्स्टिट्यूशन ऑफ पार्टनरशिप, ਜਿਹਦੇ ਅੰਦਰ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਪੁਰਾਣੇ ਪਾਰਟਨਰਸ ਆਪਸ ਦੇ ਵਿੱਚ ਕੁਝ ਚੇਂਜ ਕਰ ਰਹੇ ਨੇ ਉਹ ਵੀ ਕਵਰਡ ਹੋ ਰਹੇ, ਕੋਈ ਪਾਰਟਨਰ ਐਡਮਿਟ ਹੋਏਗਾ ਉਹ ਵੀ ਕਵਰਡ ਹੋ ਰਿਹਾ, ਰਿਟਾਇਰਮੈਂਟ ਜਾਂ ਡੈਥ ਹੋਏਗੀ ਉਹ ਵੀ ਕਵਰਡ ਹੋ ਰਿਹਾ, ਔਰ ਫਾਈਨਲੀ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ, ਇਹ ਤੁਹਾਡੇ ਨਾਲ ਮੇਰੀ ਡਿਸਕਸ਼ਨ ਹੋ ਚੁੱਕੀ ਹੈ। ਮੈਂ ਸਿਰਫ ਇਹੀ ਐਕਸਪਲੇਨ ਕਰ ਰਿਹਾ ਕਿ ਕਿਹੜੇ ਚੈਪਟਰਸ ਤੇ ਕੀ ਵੇਟੇਜ ਹੈ ਔਰ ਆਪਾਂ ਨੂੰ ਐਗਜ਼ਾਮ ਦੇ ਵਿੱਚ ਕਿੱਦਾਂ ਕਵਰੇਜ ਕਰਨੀ ਹੈ। ਬਾਕੀ ਚੈਪਟਰਸ ਦੀ ਡਿਸਕਸ਼ਨ, ਚੈਪਟਰ ਦੇ ਲਈ ਜੋ ਇਸ ਚੈਪਟਰ ਦੇ ਅੰਦਰ ਕੀ ਹੋਏਗਾ ਉਹ ਤੁਹਾਡੀ ਮੇਰੇ ਨਾਲ ਨੈਕਸਟ ਲੈਕਚਰ ਦੇ ਅੰਦਰ ਡਿਸਕਸ਼ਨ ਹੋਏਗੀ। ਥੋੜੀ ਬਹੁਤੀ ਡਿਸਕਸ਼ਨ ਮੈਂ ਪਹਿਲਾਂ ਕਰ ਵੀ ਚੁੱਕਾ ਹਾਂ। ਨੈਕਸਟ यूनिट 2 पार्ट ए ਦਾ ਜਿਹੜਾ यूनिट 2 ਹੋਏਗਾ ਉਹ 25 ਮਾਰਕਸ ਦੀ ਵੇਟੇਜ ਰੱਖ ਰਿਹਾ ਔਰ ਇਸ 25 ਮਾਰਕਸ ਦੇ ਅੰਦਰ ਸਾਨੂੰ ਫਿਰ ਦੁਬਾਰਾ ਕੰਪਨੀ ਅਕਾਊਂਟਸ, मतलब ਆਪਾਂ ਇਹਨੂੰ ਸਾਰੇ ਨੂੰ ਜੇ ਬੋਲ ਦਈਏ ਇਹ ਸਾਰੀ ਚੀਜ਼ ਕੀ ਹੈ, ਕੰਪਨੀ ਅਕਾਊਂਟਸ। ਠੀਕ ਹੈ, ਔਰ ਕੰਪਨੀ ਅਕਾਊਂਟਸ ਦੇ ਅੰਦਰ ਫਿਰ ਉਹੀਓ ਗੱਲਾਂ, ਇਸ਼ੂ ਆਫ ਸ਼ੇਅਰ ਕੈਪੀਟਲ, ਕਿ ਸ਼ੇਅਰ ਕੈਪੀਟਲ ਨੂੰ ਆਪਾਂ ਕਿੱਦਾਂ ਇਸ਼ੂ ਕਰਾਂਗੇ, ਫੋਰਫਿਟ ਕਿੱਦਾਂ ਕਰਾਂਗੇ, ਰੀ ਇਸ਼ੂ ਕਿੱਦਾਂ ਕਰਾਂਗੇ, what calculation of capital reserve, calculation of calls in arrears, calculation of calls in advance, etc etc। issue of shares मतलब share capital in simple words, issue of debentures and then redemption of debentures। CBSE वाले बच्चे इत्थे ध्यान रखन, ਜਦੋਂ मैं redemption of debentures ਦੇ ਅੰਦਰ debenture redemption फंड मतलब sinking fund ਦੇ ਜਦੋਂ ਕੁਐਸਚਨਸ ਕਰਵਾ ਰਿਹਾ ਹੋਵਾਂਗਾ ਉਹ CBSE ਦੇ ਬੱਚਿਆਂ ਦੇ ਲਈ ਰੈਲੀਵੈਂਟ ਨਹੀਂ ਹੋਣਗੇ।
ਸਿੰਕਿੰਗ ਫੰਡ ਦਾ ਜਾਂ ਸਿੰਕਿੰਗ ਫੰਡ ਇਨਵੈਸਟਮੈਂਟ ਦਾ ਜਿਹੜਾ ਟੌਪਿਕ ਹੈ ਉਹ ਸਿਰਫ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਦੇ ਰੈਲੀਵੈਂਟ ਹੈ, CBSE ਦੇ ਲਈ ਉਹ ਰੈਲੀਵੈਂਟ ਨਹੀਂ ਹੋਏਗਾ। ਇਸ ਕਰਕੇ ਜਦੋਂ ਵੀ ਮੈਂ ਰਿਡਮਪਸ਼ਨ ਆਫ ਡਿਬੈਂਚਰਸ ਕਰਵਾਵਾਂਗਾ ਤਾਂ CBSE ਵਾਲੇ ਬੱਚੇ ਸਿੰਕਿੰਗ ਫੰਡ ਇਨਵੈਸਟਮੈਂਟ ਦੇ ਟੌਪਿਕ ਨੂੰ ਪੜ੍ਹਨ ਦੀ ਉਹਨਾਂ ਨੂੰ ਲੋੜ ਨਹੀਂ ਹੋਏਗੀ, ਉਹ ਸਿਰਫ PSCB ਦੇ ਬੱਚੇ ਦੇ ਲਈ ਰੈਲੀਵੈਂਟ ਹੈ। ਠੀਕ ਹੈ ਜੀ। ਔਰ ਇਹ 25 ਮਾਰਕ ਦੀ ਵੇਟੇਜ ਰੱਖ ਰਹੇ। ਦੇਖੋ ਇਹਦੇ ਵਿੱਚੋਂ ਅਗਰ ਰਫਲੀ ਆਈਡੀਆ ਲਈਏ, ਇਸ 25 ਮਾਰਕਸ ਦੇ ਵਿੱਚ ਔਨ ਐਨ ਐਵਰੇਜ 18 ਨੰਬਰ ਦੀ ਸ਼ੇਅਰ ਕੈਪੀਟਲ ਆਉਂਦੀ ਹੈ ਜੀ। ਮਤਲਬ ਮੈਂ ਤੁਹਾਨੂੰ 25 ਦੇ ਵਿੱਚੋਂ ਵੀ ਦੱਸ ਦਿੰਦਾ ਵਾਂ ਕਿ 25 ਦੇ ਵਿੱਚੋਂ 18 ਨੰਬਰ ਦੀ ਔਨ ਐਨ ਅਪਰੋਕਸੀਮੇਸ਼ਨ, ਮੈਂ ਕਨਫਰਮ ਨਹੀਂ ਕਰ ਰਿਹਾ, ਔਨ ਐਨ ਅਪਰੋਕਸੀਮੇਸ਼ਨ 18 ਨੰਬਰ ਦੀ ਜੋ ਹੁੰਦੀ ਹੈ ਉਹ ਸ਼ੇਅਰ ਕੈਪੀਟਲ ਹੁੰਦੀ ਹੈ, ਔਰ 7 ਮਾਰਕਸ ਦੀ ਜੋ ਹੋਏਗੀ ਔਰ ਇਸ਼ੂ ਐਜ਼ ਵੈਲ ਐਜ਼ ਰਿਡਮਪਸ਼ਨ ਆਫ ਡਿਬੈਂਚਰਸ ਹੋਣਗੇ। ਮਤਲਬ ਇਹ 35 ਮਾਰਕਸ ਦੇ ਲਈ ਆਪਾਂ ਕੁਝ ਜਜਮੈਂਟ ਨਹੀਂ ਕਰ ਸਕਦੇ ਕਿ 35 ਮਾਰਕਸ ਕਿਧਰੋਂ ਕਵਰਡ ਹੋਣੇ ਹੈ, ਪਰ ਇਹ 25 ਮਾਰਕਸ ਦਾ ਸਾਨੂੰ ਰਫਲੀ ਆਈਡੀਆ ਹੈ ਕਿ 18 ਨੰਬਰ ਸ਼ੇਅਰ ਕੈਪੀਟਲ ਦੇ ਵਿੱਚੋਂ ਆਏਗਾ ਔਰ 7 ਨੰਬਰ ਦਾ ਜਿਹੜਾ ਹੋਏਗਾ ਉਹ ਰਿਡਮਪਸ਼ਨ ਜਾਂ ਇਸ਼ੂ ਆਫ ਡਿਬੈਂਚਰਸ, ਇਹ ਦੋਨਾਂ ਨੂੰ ਕਵਰ ਕਰਕੇ ਮਤਲਬ ਡਿਬੈਂਚਰਸ 7 ਨੰਬਰ ਦਾ ਕਵਰਡ ਹੋ ਰਿਹਾ ਹੈ ਔਰ ਸ਼ੇਅਰ ਕੈਪੀਟਲ ਕਿੰਨੇ ਮਾਰਕਸ ਦੀ ਵੇਟੇਜ ਰੱਖ ਰਿਹਾ ਹੈ, 18 ਮਾਰਕਸ ਦੀ। ਦੈਨ ਆਪਾਂ ਮੂਵ ਕਰਦੇ ਹਾਂ ਬੇਟੇ ਪਾਰਟ B ਦੇ ਉੱਪਰ। ਦੇਖੋ ਪਹਿਲਾਂ ਮੈਂ ਇੱਕ ਚੀਜ਼ ਕਲੀਅਰ ਕਰ ਦਵਾਂ ਕਿ ਇਹ ਦੋਨੋਂ ਪਾਰਟਸ ਦੇ ਵਿੱਚ ਜਿਹੜਾ ਪਾर्ट C है कंप्यूटराइज्ड अकाउंटिंग है और 100% थ्योरेटिकल है, अपनी कोर्स की कवरेज नहीं होएगी बिकॉज कंप्यूटराइज्ड अकाउंटिंग मेरा सब्जेक्ट नहीं है। कंप्यूटराइज्ड अकाउंटिंग डील्स विद द IT, ठीक है। अपनी डिस्कशन जो होएगी वो पार्ट B की होएगी। पार्ट B मतलब जो अकाउंटिंग है सारी जिन्हों आप एनालिसिस ऑफ फाइनेंशियल स्टेटमेंट्स बोलते हैं, आप इत्थे पार्ट B की तुहाडे नाल डिस्कशन करांगे, पार्ट C की डिस्कशन नहीं होएगी। और 95% स्कूल्स के अंदर पार्ट B ही करवाया जाता है, पार्ट C नहीं करवाया जाता, ठीक है। अच्छा देन पार्ट B मतलब पार्ट B इट इज़ एन ऑप्शनल पार्ट, पार्ट B और पार्ट C एनी पार्ट यू कैन अटेम्प्ट इट। अच्छा पार्ट B 20 मार्क्स, ਇਹਦੇ अंदर फिर बेटे 2 यूनिट्स होंगे, यूनिट 3 और यूनिट 4। यूनिट 3 12 मार्क्स की कवरेज करेगा और यूनिट 4 जो होएगा वो 8 मार्क्स की कवरेज करेगा। हुण इस 12 मार्क्स के अंदर की कुछ कवर्ड है, और फाइनेंशियल स्टेटमेंट्स जिहदे अंदर आप बैलेंस शीट ऑफ कंपनीज पढ़ांगे, और बैलेंस शीट ऑफ कंपनीज के लिए सानू फिर दोबारा तुहानू मैं समझाया सी कि कंपनीज एक्ट 2013 ने सानू इत्थे एक शेड्यूल दिता होया है जिन्हों आप बोलते हैं शेड्यूल 3। शेड्यूल 3 का की फॉर्मेट होएगा और उहदे अंदर किहड़े-किहड़े कंटेंट्स होणगे वो सारी डिस्कशन होएगी। दैन उस तो बाद टूल्स ऑफ फाइनेंशियल स्टेटमेंट एनालिसिस, ਇਹਦੇ ਅੰਦਰ ਕੰਪੈरेटिव स्टेटमेंट्स, कॉमन साइज स्टेटमेंट्स, ਇਹ ਸਾਰੀ डिस्कशन ਤੁਹਾਡੇ ਨਾਲ ਹੋਏਗੀ। और कंपैरेटिव और कॉमन साइज स्टेटमेंट्स ਦੇ ਅੰਦਰ ਜਿਹੜੇ बैलेंस शीट ਦੇ फॉर्मेट ਹੋਣਗੇ ਉਹ ਇसी बेसिस ਦੇ ਉੱਪਰ ਹੋਣਗੇ। ਇਹਦਾ ਮਤਲਬ ਸਾਨੂੰ ਟੂਲਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ ਕਰਨ ਦੇ ਲਈ ਸਭ ਤੋਂ ਪਹਿਲਾਂ बैलेंस शीट ऑफ कंपनी और स्टेटमेंट ऑफ प्रॉफिट एंड लॉस ਸਾਨੂੰ कंपनी ਦੀ ਆਣੀ ਚਾਹੀਦੀ ਹੈ। ਜਦੋਂ ਸਾਨੂੰ स्टेटमेंट ऑफ प्रॉफिट एंड लॉस और बैलेंस शीट ऑफ कंपनी दोनों ਆਣਗੇ उस बेसिस ਦੇ ਉੱਪਰ ਸਾਡਾ ਟੂਲਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ ਹੋ ਜਾਏਗਾ। ਦੈਨ ਉਸ ਤੋਂ ਬਾਅਦ नेक्स्ट चैप्टर है रेशियो एनालिसिस, ठीक है। रेशियो एनालिसिस होई हो करंट रेशियोज, लिक्विडिटी रेशियोज, सॉल्वेंसी रेशियोज, थोड़ी बहुती रेशियोज का डिफरेंस है पंजाब बोर्ड और CBSE के अंदर, वो तुहाडे नाल मैं इत्थे डिस्कशन कर देवांगा। मतलब ये 3 चैप्टर्स असीं कह सकते हैं कि 12 मार्क्स की कवरेज कर रही है। रेस्ट ऑफ 8 मार्क्स की कवरेज होएगा यूनिट 4, और यूनिट 4 के अंदर 8 मार्क्स की कवरेज कैश फ्लो स्टेटमेंट करेगा। और कैश फ्लो स्टेटमेंट 8 मार्क्स की कवरेज किवें करेगा, जो एग्जाम का लास्ट क्वेश्चन होएगा वो 6 मार्क्स का होएगा, और 6 मार्क्स का कैश फ्लो ही एक्सपैक्टेड होंगे कि जो क्वेश्चन पेपर का पार्ट B का लास्ट क्वेश्चन होएगा वो कैश फ्लो स्टेटमेंट की कवरेज कैश फ्लो स्टेटमेंट के विचों आएगा। और कैश फ्लो स्टेटमेंट के विचों जो 8 नंबर का सानू एग्जाम के क्वेश्चन आने हैं वो 6 नंबर का एक लॉन्ग क्वेश्चन होएगा, और रेस्ट ऑफ 2 मार्क्स वो कितने भी तुहानू पूछ सकते हैं। 1 मार्क के 2 क्वेश्चन पूछ सकते हैं पार्ट B के अंदर, 1 मार्क के पहले 2 क्वेश्चन कैश फ्लो के विचों ही आ जाते होंगे हैं, और जो लास्ट क्वेश्चन 6 नंबर का वो इदा होएगा। ये होएगा जी कैश फ्लो स्टेटमेंट। और एक साडी डिस्कशन होगी सिलेबस ऑफ +2 अकाउंटेंसी फॉर CBSE स्टूडेंट्स। क्लीयर हो रही है? 80 नंबर के विचों किहड़े-किहड़े चैप्टर्स और किहड़ा-किहड़ा यूनिट और किहड़े-किहड़े चैप्टर्स की कितनी वेटेज है वो तुहाडे नाल डिस्कशन हुई है। बाकी चैप्टर्स के अंदर की है आप डिस्कशन आप नैक्सट लैक्चर्स के अंदर करांगे तुहाडे नाल। हाँ जी बेटे, हुण आप देखते हैं कि जो डिज़ाइन ऑफ क्वेश्चन पेपर होएगा +2 अकाउंटेंसी CBSE का वो किस तरीके दे नाल डिज़ाइन किया जा सकता है। देखो सब तो पहला तो जो पार्ट A है, जो कंपलसरी पार्ट सीगा जो तुहाडे नाल डिस्कशन हुई सी, हुण तुसीं PPT स्लाइड के उपर भी वो देख रहे होवोगे कि सब तो पहला तो देखो वैरी शॉर्ट क्वेश्चनस। पहला मैं ये दस देवां कितनी तरह के क्वेश्चनस आएंगे। एक तो वैरी शॉर्ट क्वेश्चनस होंगे, वैरी शॉर्ट क्वेश्चन जो होएगा हर एक क्वेश्चन 1 मार्क कवरेज करेगा। दैन उस तो बाद शॉर्ट क्वेश्चनस 2 तरह के ने,
एक शॉर्ट क्वेश्चन टाइप 1 होएगा, एक शॉर्ट क्वेश्चन टाइप 2 होएगा। ਜਿਹੜਾ शॉर्ट क्वेश्चन टाइप 1 होएगा वो 3 मार्क्स की वेटेज रखेगा, और ਜਿਹੜਾ शॉर्ट क्वेश्चन टाइप 2 होएगा वो 4 मार्क्स की वेटेज रखेगा। मतलब ये हो गया, एक तो टाइप होगी वेरी शॉर्ट क्वेश्चंस की, एक टाइप होगी शॉर्ट क्वेश्चंस की, और शॉर्ट क्वेश्चंस की अगे सब टाइप्स बन रही ने। सब टाइप्स मतलब टाइप 1 शॉर्ट क्वेश्चन टाइप 1 कवरेज ऑफ 3 मार्क्स ईच, और शॉर्ट क्वेश्चन टाइप 2 कवरेज ऑफ 4 मार्क्स ईच। दैन उस तो बाद आप नैक्सट मूव करते हैं लॉन्ग क्वेश्चनस के उपर। हूँ तुम लॉन्ग क्वेश्चनस देखोगे, पहला मैं 1 मिनट समझा लवा कि कितनी तरह के क्वेश्चनस ने। लॉन्ग क्वेश्चनस के अंदर फिर दोबारा 2 टाइप्स, एक टाइप 1 और एक टाइप 2। ਜਿਹੜੇ टाइप 1 क्वेश्चंस होंगे वो कवरेज करेंगे 6 मार्क्स की वेटेज, और ਜਿਹੜੇ टाइप 2 क्वेश्चंस होंगे वो कवरेज करेंगे 8 मार्क्स की वेटेज। ठीक है। और ਜਿਹੜਾ टाइप 2 क्वेश्चन होएगा लॉन्ग क्वेश्चन, ਜਿਹੜਾ टाइप 2 होएगा, ਜਿਹੜਾ 8 मार्क्स की कवरेज कर रहा होएगा, वो विद इंटरनल चॉइस 2 क्वेश्चंस आएंगे एग्जाम च। सिर्फ एक जगह के उपर ही देखो एग्जाम के विच एक ऑप्शन आ रही है, एक सानू चॉइस आ रही है, और वो लॉन्ग क्वेश्चंस टाइप 2 कवरेज ऑफ 8 मार्क्स वाले ਜਿਹੜੇ क्वेश्चंस होंगे ਉਹਨਾਂ ਦੇ ਵਿੱਚ ਸਾਨੂੰ 2 क्वेश्चंस ऐसे आने हैं जिन्हां ਦੇ अंदर इंटरनल चॉइस होएगी। ठीक है जी। मतलब कितनी तरह के क्वेश्चंस हो गए, एक तो वेरी शॉर्ट क्वेश्चंस हो गए, एक शॉर्ट क्वेश्चंस टाइप 1 हो गए, एक शॉर्ट क्वेश्चंस टाइप 2 हो गए, एक लॉन्ग क्वेश्चंस टाइप 1 हो गए, एक लॉन्ग क्वेश्चंस टाइप 2 हो गए। ਇਹਦਾ मतलब 5 तरह के क्वेश्चंस ਸਾਨੂੰ एग्जाम ਦੇ ਵਿੱਚ ਪੁੱਛੇ ਜਾਣਗੇ। वेरी शॉर्ट 1 मार्क, शॉर्ट क्वेश्चंस टाइप 1 3 मार्क्स, शॉर्ट क्वेश्चंस टाइप 2 4 मार्क्स, लॉन्ग क्वेश्चंस टाइप 1 6 मार्क्स, लॉन्ग क्वेश्चंस टाइप 2 8 मार्क्स। अच्छा हूँ तुम देखो बेटे पीपीटी स्लाइड के उपर, इस स्लाइड के उपर तुम देख रहे होवोगे जो पहला पार्ट ए आएगा, पार्ट ए के अंदर सानू 6 क्वेश्चंस पहला आएंगे जो वेरी शॉर्ट होंगे। ਇਹਦਾ मतलब 6 क्वेश्चन, हर एक क्वेश्चन 1 मार्क की कवरेज करेगा, और टोटल साढ़े वेरी शॉर्ट क्वेश्चन जो पार्ट ए ਦੇ ਵਿੱਚ ਹੋਣਗੇ ਉਹ ਕਿੰਨੇ ਮਾਰਕਸ ਦੀ ਕਵਰੇਜ ਕਰ ਰਹੇ ਹੈ 6 ਮਾਰਕਸ ਦੀ। ਟੋਟਲ ਵਾਲੇ ਕਾਲਮ ਦੇ ਅੰਦਰ 6 ਮਾਰਕਸ ਦੀ ਕਵਰੇਜ ਕਰ ਰਹੇ ਹੈ, ਔਰ ਇਹ ਸਾਰੇ क्वेश्चंस ਕੰਪਲਸਰੀ ਨੇਚਰ ਹੋਣਗੇ। ਦੈਨ ਉਸ ਤੋਂ ਬਾਅਦ ਸ਼ਾਰਟ क्वेश्चंस टाइप 1, ਇਹ ਬੇਟੇ ਸਾਨੂੰ 4 क्वेश्चंस ਆਣੇ ਐਗਜ਼ਾਮ ਦੇ ਵਿੱਚ, ਔਰ ਹਰ ਇੱਕ क्वेश्चन 3 ਮਾਰਕਸ ਦੀ ਵੇਟੇਜ ਰੱਖੇਗਾ, ਔਰ क्वेश्चन 7 तो लैके क्वेश्चन 10 तक तुम देख रहे होवोगे। ये 3-3 नंबर के 4 क्वेश्चन सानू अटैम्प्ट करने हैं, और ये सारे क्वेश्चन कंपलसरी नेचर होंगे, और ये टोटल कितनी कवरेज कर रहे हैं 12 मार्क्स की। दैन उस तो बाद शॉर्ट क्वेश्चंस टाइप 2, ये बेटे सानू 2 क्वेश्चन आने हैं, और हर एक क्वेश्चन जो होएगा कितने मार्क्स की वेटेज रखेगा 4 मार्क्स की। ਇਹਦਾ मतलब क्वेश्चन नंबर 11th और क्वेश्चन नंबर 12th जो सानू एग्जाम ਦੇ ਵਿੱਚ ਆਉਣ ਲੱਗਾ ਹੈ, ਉਹਦੇ ਵਿੱਚ 4-4 नंबर के 2 क्वेश्चंस टोटल 8 नंबर की वेटेज रखेंगे, और ये भी क्वेश्चंस जोड़े होंगे दोनों कंपलसरी इन नेचर होंगे। नैक्सट उस तो बाद लॉन्ग क्वेश्चंस टाइप 1, ये बेटे सानू 3 क्वेश्चंस आने हैं एग्जाम के विच, और हर एक क्वेश्चन 6 नंबर की वेटेज रखेगा, और ਇਹਦਾ मतलब क्वेश्चन 13 14 15 3 क्वेश्चंस जोड़े एग्जाम के विच होंगे, 6-6 नंबर के 3 क्वेश्चंस होंगे, और 18 नंबर की वेटेज होएगी, और ऑल क्वेश्चंस आर कंपलसरी इन नेचर। ਹੁਣ तक जो असी क्वेश्चंस देख रहे हैं सारे क्वेश्चंस कंपलसरी इन नेचर है। ਹੁਣ ਤੁਸੀਂ ਨੈਕਸਟ मूव करोगे ਜਿਹੜੇ इंटरनल चॉइस वाला क्वेश्चन आना ਸਾਨੂੰ, ਜਿਹੜਾ लॉन्ग क्वेश्चन टाइप 2 क्वेश्चन होएगा, ਜਿਹੜਾ 8 नंबर की वेटेज रखेगा, वो बेटे देखो एक क्वेश्चन नंबर 16 आएगा, एक क्वेश्चन नंबर 17 आएगा विद इंटरनल चॉइस, और 8-8 नंबर के 2 क्वेश्चन होंगे। ਜਿਹੜਾ 16 नंबर क्वेश्चन आएगा वो मैक्सीमम टू मैक्सीमम जो CBSE का ਹੁਣ तक क्वेश्चन पेपर इस स्टाइल के आए हैं, वो पार्टनरशिप का क्वेश्चन ही होंगे, जिहदे रिटायरमेंट या डेजोल्यूशन का क्वेश्चन की ऑप्शन पा देंगे है, या एडमिशन रिटायरमेंट की ऑप्शन डाल देंगे है, या एडमिशन और डेजोल्यूशन की ऑप्शन डाल देंगे है। हो सकता है कि फंडामेंटल्स ऑफ पार्टनरशिप के विचों भी एक क्वेश्चन डाल दें। मतलब कि पार्टनरशिप के विचों 2 इत्थे न्यूमेरिकल क्वेश्चन आने लगे ने, जिन्हां विचों सानू एक क्वेश्चन अटैम्प्ट करना होएगा जो क्वेश्चन नंबर 16 होएगा, और 8 मार्क्स की कवरेज करेगा। दैन उस तो बाद जो क्वेश्चन नंबर 17 होएगा, ये भी 8 नंबर का क्वेश्चन है विद इंटरनल चॉइस, और मैक्सीमम प्रोबेबिलिटी बेटे यही होंगी है कि यह जो क्वेश्चन 17 होएगा शेयर कैपिटल के विचों आएगा। मैं तुहानू दस्सिया सीगा कि शेयर कैपिटल 18 नंबर की वेटेज रख रहा है CBSE एग्जाम के अंदर +2 अकाउंटेंसी के, जिहदे विचों क्वेश्चन नंबर 17 इंटरनल चॉइस के विच होएगा, जिहदे अंदर 2 क्वेश्चन शेयर कैपिटल के आ सकते हैं, और दोनों क्वेश्चन के विचों सानू कोई एक क्वेश्चन अटैम्प्ट करना होएगा। ठीक है जी। ये होगी जी पार्ट ए की डिस्कशन, और पूरा पार्ट ए कितनी कवरेज कर रहा है 60 मार्क्स की, और पार्ट ए के अंदर टोटल कितने क्वेश्चन हो गए 17 क्वेश्चन। दैन उस तो बाद आप मूव करते हैं पार्ट बी के उपर। पार्ट बी तुम देखोगे बेटे क्वेश्चन नंबर 18 क्वेश्चन नंबर 19
दिस इज़ द वेरी शॉर्ट क्वेश्चंस और क्वेश्चंस आर कंपलसरी इन नेचर और ਇਹ ਦੋ क्वेश्चन ਸਾਨੂੰ ਅਟੈਂਪਟ ਕਰਨੇ ਹੋਣਗੇ ਤੁਹਾਡੇ ਨਾਲ ਮੈਂ ਡਿਸਕਸ਼ਨ ਕੀਤੀ ਸੀ ਕਿ ਦੋ क्वेश्चन ਐਕਸਪੈਕਟਡ ਹੁੰਦੇ ਆ ਕਿੱਥੋਂ ਆਉਂਦੇ ਆ ਕੈਸ਼ ਫਲੋ ਸਟੇਟਮੈਂਟ ਦੇ ਵਿੱਚੋਂ ਦੈਨ ਉਸ ਤੋਂ ਬਾਅਦ क्वेश्चन ਨੰਬਰ 20th ਤੁਸੀਂ ਦੇਖ ਰਹੇ ਹੋਵੋਗੇ ਸਲਾਈਡ ਦੇ ਉੱਪਰ क्वेश्चन ਨੰਬਰ 20th 21st ਐਂਡ 22nd ਤਿੰਨ क्वेश्चंस ਜਿਹੜੇ ਐਗਜ਼ਾਮ ਦੇ ਵਿੱਚ ਆਣੇ ਹੈ ਸ਼ਾਰਟ क्वेश्चंस टाइप 2 क्वेश्चंस ਹੋਣਗੇ मतलब टाइप 2 वाले ਕਿਹੜੇ क्वेश्चन ਸੀਗੇ ਯਾਦ ਕਰੋ ਜਿਹੜੇ 4 ਨੰਬਰ ਦੀ ਵੇਟੇਜ ਰੱਖ ਰਹੇ ਹੈ टाइप 1 3 नंबर वाले सीगे और टाइप 2 ਕਿਹੜੇ ਸੀਗੇ 4 ਨੰਬਰ ਵਾਲੇ ਹੁਣ 4 ਨੰਬਰ ਵਾਲੇ ਸਾਨੂੰ ਇੱਥੇ ਤਿੰਨ ਕੁਐਸਚਨਸ ਆਣੇ ਨੇ ਇਹਦਾ ਮਤਲਬ ਸਾਨੂੰ 12 ਨੰਬਰ ਦਾ ਕੁਐਸਚਨ ਨੰਬਰ 20 21 ਔਰ 22 ਇਹ ਤਿੰਨ ਕੁਐਸਚਨਸ 12 ਨੰਬਰ ਦੇ ਹੋਣਗੇ ਈਚ ਕੁਐਸਚਨ ਕੈਰੀਜ਼ 4 ਮਾਰਕਸ ਔਰ ਆਲ ਕੁਐਸਚਨਸ ਆਰ ਕੰਪਲਸਰੀ ਇਨ ਨੇਚਰ ਦੇਖੋ ਪਾਰਟ ਬੀ ਦੇ ਅੰਦਰ ਕੋਈ ਵੀ ਚੋਇਸ ਨਹੀਂ ਹੈ ਪਾਰਟ ਬੀ ਸਾਨੂੰ ਕੰਪਲਸਰੀ ਹੀ ਅਟੈਂਪਟ ਕਰਨਾ और लास्ट क्वेश्चन ਜਿਹੜਾ एग्जाम ਦਾ ਹੋਏਗਾ क्वेश्चन नंबर 23rd ਜੋ ਕੈਸ਼ ਫਲੋ ਸਟੇਟਮੈਂਟ ਦੇ ਵਿੱਚੋਂ ਹੋਏਗਾ ਔਰ ਤੁਹਾਡੇ ਨਾਲ ਮੈਂ ਡਿਸਕਸ਼ਨ ਕੀਤੀ ਸੀਗੀ ਕਿ ਕੈਸ਼ ਫਲੋ ਸਟੇਟਮੈਂਟ ਦੇ ਵਿੱਚੋਂ ਜਿਹੜਾ 6 ਨੰਬਰ ਦਾ ਕੁਐਸਚਨ ਆਏਗਾ ਉਹ ਇਹੀ ਕੁਐਸਚਨ ਹੈ 23rd ਮਤਲਬ ਲੌਂਗ ਕੁਐਸਚਨ ਕਿਹੜੀ ਟਾਈਪ ਵਾਲਾ ਹੋ ਗਿਆ ਟਾਈਪ 1 ਟਾਈਪ 1 ਮਤਲਬ 6 ਨੰਬਰ ਦਾ ਜਿਹੜਾ ਕੁਐਸਚਨ ਆਣਾ ਹੈ 6 ਨੰਬਰ ਦਾ ਕੈਸ਼ ਫਲੋ ਸਟੇਟਮੈਂਟ ਦੇ ਵਿੱਚੋਂ ਹੋਏਗਾ ਔਰ ਇਹ 6 ਨੰਬਰ ਦੀ ਵੇਟੇਜ ਇਹ ਰੱਖੇਗਾ ਟੋਟਲ ਪਾਰਟ ਬੀ ਤੁਸੀਂ ਦੇਖੋ ਕਿੰਨੀ ਵੇਟੇਜ ਕਰ ਰਿਹਾ ਹੈ 20 ਮਾਰਕਸ ਦੀ ਔਰ ਪਾਰਟ ਏ 60 ਪਾਰਟ ਬੀ 20 ਇੱਦਾਂ ਬਣੇਗਾ ਬੇਟੇ ਤੁਹਾਡਾ 80 ਮਾਰਕਸ ਦਾ ਕੁਐਸਚਨ ਪੇਪਰ ਹਾਂਜੀ ਬੇਟੇ ਇਹ ਸੀਗੀ ਸਾਡੀ ਅੱਜ ਦੀ ਡਿਸਕਸ਼ਨ ਜਿਹਦੇ ਵਿੱਚ ਮੈਂ ਤੁਹਾਨੂੰ CBSE ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੋਨਾਂ ਦੇ ਸਿਲੇਬਸ ਔਰ ਦੋਨਾਂ ਦੇ ਸਿਲੇਬਸ ਦਾ ਜੋ ਸਟਰਕਚਰ ਹੋਏਗਾ ਜੋ ਸਿਲੇਬਸ ਡਿਜ਼ਾਈਨ ਹੋਏਗਾ ਕੁਐਸਚਨ ਪੇਪਰ ਜੋ ਡਿਜ਼ਾਈਨ ਹੋਏਗਾ ਉਹ ਸਾਰੀ ਡਿਸਕਸ਼ਨ ਕੀਤੀ ਹੈ ਠੀਕ ਹੈ ਜੀ ਦਿਸ ਇਜ਼ ਦਾ ਇੰਟਰੋਡਕਟਰੀ ਕਲਾਸ ਕਿ ਸਭ ਤੋਂ ਪਹਿਲਾਂ ਜਿਹੜੀ ਕਲਾਸ ਸੀਗੀ ਉਹ ਇੱਕ ਇੰਟਰੋਡਕਟਰੀ ਕਲਾਸ ਤੁਹਾਡੇ ਸਾਹਮਣੇ ਲਿਆਂਦੀ ਗਈ ਹੈ ਜਿਹਦੇ ਵਿੱਚ ਸਿਰਫ ਸਿਲੇਬਸ ਔਰ ਕੁਐਸਚਨਸ ਪੇਪਰ ਡਿਜ਼ਾਈਨ ਦੀ ਡਿਸਕਸ਼ਨ ਕੀਤੀ ਗਈ ਹੈ ਨੈਕਸਟ ਹੁਣ ਆਪਾਂ ਜਿਹੜੀ ਡਿਸਕਸ਼ਨ ਕਰਾਂਗੇ ਉਹ ਨੈਕਸਟ ਕਲਾਸ ਦੇ ਅੰਦਰ ਕਰਾਂਗੇ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਰਟਨਰਸ਼ਿਪ ਅਕਾਊਂਟਿੰਗ ਨੂੰ ਸ਼ੁਰੂ ਕਰਾਂਗੇ ਜੋ ਰੈਲੀਵੈਂਟ ਹੋਏਗੀ CBSE ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੈਂ ਕਨਸੈਪਟਸ ਡਿਸਕਸ਼ਨ ਦੋਨੋਂ ਬੋਰਡਸ ਦੇ ਸਟੂਡੈਂਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਕਰਦਾ ਰਹਾਂਗਾ ਥੈਂਕ ਯੂ ਸਤਿ ਸ੍ਰੀ ਅਕਾਲ